हाँ जी, यस Good प्लीज। morning, sir. गुड मॉर्निंग। Good morning. गुड मॉर्निंग जी, गुड मॉर्निंग। गुड मॉर्निंग एवरीवन, लेट अस स्टार्ट। ਨੈਪਸੂਲਰ ਐਗਜ਼ਾਮੀਨੇਸ਼ਨ ਪੇਪਰ ਨੰਬਰ 5 ਸੀਆਰਪੀਸੀ। ਅਸੀਂ ਪੜ੍ਹ ਰਹੇ ਸੀਗੇ 1 to 25 ਤੱਕ ਪੜ੍ਹ ਚੁੱਕੇ ਸੀ। ਚੈਪਟਰ ਨੰਬਰ 3 ਨਿਕਾਲੋ ਜੀ, ਪਾਵਰ ਆਫ ਦਾ ਕੋਰਟਸ। ਪਾਵਰ ਆਫ ਦਾ ਕੋਰਟਸ। ਸੈਕਸ਼ਨ 26 ਤੋਂ ਸੈਕਸ਼ਨ 26 ਔਨਵਰਡਸ। ਕੋਰਟਸ ਬਾਈ ਵਿਚ ਅਫੈਂਸਸ ਆਰ ਟ੍ਰਾਈਬਲ। ਕਿਹੜੀਆਂ ਕੋਰਟਾਂ ਨੇ ਜਿਹੜੀਆਂ ਅਫੈਂਸਸ ਜਿਹੜੀ ਹੈਗੀਆਂ ਉਹਦੇ ਵਿੱਚ ਮੁਕੱਦਮਾ ਚੱਲਦਾ ਹੈਗਾ, ਟ੍ਰਾਇਲ ਚੱਲਦਾ ਹੈ। ਇੰਡੀਅਨ ਪੀਨਲ ਕੋਡ ਦੇ ਤਹਿਤ ਹਾਈ ਕੋਰਟ ਹੈ ਜੀ, ਨੰਬਰ clause 1 high court, then court of session, then any other court by which such offences is shown। ਜਿਹੜਾ ਸਾਡਾ ਫਸਟ ਸ਼ਡਿਊਲ ਲੱਗਿਆ ਹੋਇਆ ਹੈ ਸਾਡੇ ਉਹਦੇ ਵਿੱਚ ਬੁੱਕ ਦੇ ਵਿੱਚ ਲੱਗਿਆ ਹੋਇਆ, ਉਹ ਬੁੱਕ 'ਚ ਦੱਸਿਆ ਗਿਆ ਸ਼ਡਿਊਲ ਦੇ ਵਿੱਚ ਕਿਹੜਾ ਕਿਹੜਾ ਆਫੀਸਰ ਕਿਹੜੇ ਕਿਹੜੇ ਕੇਸ ਨੂੰ ਕਿਸ ਹੱਦ ਤੱਕ ਦੇ ਜਿਹੜੇ ਕੇਸ ਹੈਗੇ ਆ ਉਹਨੂੰ ਟਰਾਈ ਕਰ ਸਕਦੇ ਆ। ਫਿਰ ਅੱਗੇ ਇੰਡੀਅਨ ਪੀਨਲ ਕੋਡ ਤੋਂ ਇਲਾਵਾ ਹੋਰ ਜੇ ਕੋਈ ਲਾਅ ਹੈਗਾ, ਕੋਈ ਅਦਰ ਲਾਅ ਹੈਗਾ, when any court is mentioned in this behalf in such law be tried by such court। when no court is so mentioned, ਜਿਹੜਾ ਕੋਈ ਐਕਸਟਰਾ ਲਾਅ ਹੈਗਾ ਇਸ ਤੋਂ ਇਲਾਵਾ, ਠੀਕ ਹੈ, ਉਹ 'ਚ ਦਰਸਾਇਆ ਜਾਂਦਾ ਵੀ ਕਿਹੜੀ ਕੋਰਟ ਇਹ ਮੁਕੱਦਮਾ ਸੁਣੇਗੀ। ਜੇ ਕਿਤੇ ਨਹੀਂ ਦਰਸਾਇਆ ਗਿਆ ਤਾਂ ਹਾਈ ਕੋਰਟ ਸੁਣ ਸਕਦੀ ਹੈ, ਜਾਂ ਫਿਰ ਫਸਟ ਸ਼ਡਿਊਲ 'ਚ ਜੋ ਦਰਸਾਇਆ ਗਿਆ ਜਿਹੜੀ ਕਿਹੜੀ ਕੋਰਟ ਟਰਾਈ ਕਰ ਸਕਦੇ ਕੇਸ ਨੂੰ, ਉਹਦੇ ਵੱਲੋਂ ਟਰਾਈ ਕੀਤਾ ਜਾਂਦਾ ਹੈ। ਜੁਰਿਸਡਿਕਸ਼ਨ ਇਨ ਦਾ ਕੇਸ ਆਫ ਜੁਵੇਨਾਈਲਸ, ਜਿਹਨੇ ਮਾਈਨਰ ਬੱਚੇ ਹੁੰਦੇ ਆ ਜਿਹਨਾਂ ਤੋਂ ਕੋਈ ਅਫੈਂਸ ਹੋ ਜਾਂਦਾ ਹੈ, ਉਹਦੀ ਗੱਲ ਕੀਤੀ ਗਈ ਵੀ ਉਹਨਾਂ ਦੇ ਕੇਸ ਨੂੰ ਕੌਣ ਸੁਣਦਾ ਹੈ। ਐਨੀ ਅਫੈਂਸ ਨਾਟ ਪਨਿਸ਼ੇਬਲ ਵਿਦ ਡੈਥ। ਕੋਈ ਅਫੈਂਸ ਜੇ ਕਿਸੇ ਜੁਵੇਨਾਈਲ ਵੱਲੋਂ ਕਮਿਟ ਹੋ ਗਿਆ ਜਿਹਦੇ ਵਿੱਚ ਜਿਹੜੀ ਸਜ਼ਾ ਹੈ ਨਾ ਮੌਤ ਦੀ ਸਜ਼ਾ ਤੇ ਉਮਰ ਕੈਦ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਠੀਕ ਹੈ। ਉਹਨਾਂ ਕੇਸਾਂ 'ਚ ਕੀ ਹੋਏਗਾ, ਜਦੋਂ ਉਸਨੂੰ ਕਿਸੇ ਕੋਰਟ ਦੇ ਅੱਗੇ ਪੇਸ਼ ਕੀਤਾ ਜਾਂਦਾ ਤਾਂ ਉਹਦੀ ਉਮਰ 16 ਸਾਲ ਤੋਂ ਘੱਟ ਹੋਵੇ, ਠੀਕ ਹੈ, ਤਾਂ ਉਹਦਾ ਜਿਹੜਾ ਮੁਕੱਦਮਾ ਸੁਣਾਏਗੀ ਟ੍ਰਾਈਡ ਬਾਈ ਦਾ ਕੋਰਟ ਆਫ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ CJM ਵੱਲੋਂ ਸੁਣਿਆ ਜਾਂਦਾ ਹੈ। ਜਾਂ ਫਿਰ ਜਿਹੜਾ ਚਿਲਡਰਨ ਐਕਟ 1960 ਬਣਿਆ ਹੋਇਆ ਉਹਦੇ 'ਚ ਜੇ ਕੋਈ ਕੋਰਟ ਦਾ ਨਾਮ ਦੱਸਿਆ ਗਿਆ ਹੋਵੇ ਤਾਂ ਉਸ ਕੋਰਟ ਵੱਲੋਂ ਇਹ ਮੁਕੱਦਮਾ ਸੁਣਿਆ ਜਾਂਦਾ ਹੈਗਾ, ਯਾਨੀ ਕਿ CJM ਵੱਲੋਂ ਦੱਸਿਆ ਗਿਆ IPC ਦੇ ਤਹਿਤ। ਸੈਕਸ਼ਨ 28 sentences which high court and session judges may pass। ਹਾਈ ਕੋਰਟ ਕਿੰਨੀ ਸਜ਼ਾ ਕਰ ਸਕਦੀ ਹੈ ਤੇ ਸੈਸ਼ਨ ਜੱਜ, ਐਡੀਸ਼ਨਲ ਸੈਸ਼ਨ ਜੱਜ, ਅਸਿਸਟੈਂਟ ਸੈਸ਼ਨ ਜੱਜ, CJM, ਮੈਜਿਸਟ੍ਰੇਟ ਫਸਟ ਕਲਾਸ ਸੈਕੰਡ ਕਲਾਸ ਕਿੰਨੀ ਸਜ਼ਾ ਕਰ ਸਕਦੇ ਹੈਗੇ ਆ, ਠੀਕ ਹੈ। ਇਹ ਸੈਕਸ਼ਨ 29 28 29 ਡੀਲ ਕਰਦੇ ਨੇ। ਹਾਈ ਕੋਰਟ ਜਿਹੜੀ ਹੈਗੀ ਆ ਕੋਈ ਵੀ ਕਿਸੇ ਵੀ ਕਿਸਮ ਦੀ ਸਜ਼ਾ, ਹਾਈ ਕੋਰਟ ਮੇ ਪਾਸ ਐਨੀ ਸੈਂਟੈਂਸ ਆਥੋਰਾਈਜ਼ਡ ਬਾਈ ਲਾਅ, ਕੋਈ ਵੀ ਸਜ਼ਾ ਕਰ ਸਕਦੀ ਜਿਹੜੀ ਲਾਅ 'ਚ ਮਤਲਬ ਕਿ ਪ੍ਰਸਾਈਬ ਕੀਤੀ ਗਈ ਹੋਵੇ। ਸੈਸ਼ਨ ਜੱਜ, ਐਡੀਸ਼ਨਲ ਸੈਸ਼ਨ ਜੱਜ ਮੇ ਪਾਸ ਐਨੀ ਸੈਂਟੈਂਸ ਆਥੋਰਾਈਜ਼ਡ ਬਾਈ ਲਾਅ ਬਟ ਐਨੀ ਸੈਂਟੈਂਸ ਆਫ ਡੈਥ। ਜੇਕਰ ਸੈਸ਼ਨ ਜੱਜ ਵੱਲੋਂ ਜਾਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਇਹ ਜਿਹੜੀ ਮੌਤ ਦੀ ਸਜ਼ਾ ਹੈਗੀ ਹਾਈ ਕੋਰਟ ਵੱਲੋਂ ਕਨਫਰਮ ਕੀਤੀ ਜਾਂਦੀ ਹੈ। ਦੈਨ ਆ ਗਿਆ ਅਸਿਸਟੈਂਟ ਸੈਸ਼ਨ ਜੱਜ। ਅਸਿਸਟੈਂਟ ਸੈਸ਼ਨ ਜੱਜ ਸਜ਼ਾ ਪਾਸ ਕਰ ਸਕਦਾ ਹੈਗਾ, ਮੈਕਸਿਮਮ 10 ਸਾਲ ਤੋਂ ਘੱਟ ਕਰ ਸਜ਼ਾ ਕੀਤੀ ਜਾ ਸਕਦੀ ਹੈ। ਐਂਡ ਅਸਿਸਟੈਂਟ ਸੈਸ਼ਨ ਜੱਜ may pass any sentence authorized by law except a sentence of death or imprisonment for life of the imprisonment for a term exceeding 10 year। ਨਾ 10 ਸਾਲ ਦੀ ਸਜ਼ਾ ਕਰ ਸਕਦਾ ਹੈ ਤੇ ਨਾ ਹੀ ਉਮਰ ਕੈਦ ਕਰ ਸਕਦਾ ਤੇ ਨਾ ਹੀ ਮੌਤ ਦੀ ਸਜ਼ਾ ਕਰ ਸਕਦਾ ਹੈ। ਕਿ ਅਸਿਸਟੈਂਟ ਸੈਸ਼ਨ ਜੱਜ ਦੀ ਸਜ਼ਾ ਹੈਗੀ ਹੈ 10 ਸਾਲ ਤੋਂ ਘੱਟ ਸਜ਼ਾ ਸੁਣਾ ਸਕਦਾ ਹੈ। ਇਸੇ ਤਰੀਕੇ ਅੱਗੇ ਦੱਸਿਆ ਗਿਆ CJM ਕਿੰਨੀ ਸਜ਼ਾ ਕਰ ਸਕਦੇ ਆ। CJM ਵੀ ਸਜ਼ਾ ਜਿਹੜੀ ਹੈਗੀ 7 ਸਾਲ ਤੋਂ ਘੱਟ ਕਰ ਸਕਦੇ ਆ। 7 ਸਾਲ ਤੋਂ ਉੱਪਰ ਜਿਹੜੀ ਸਜ਼ਾ ਹੈਗੀ ਹੈ ਫਿਰ ਉੱਪਰਲੇ ਕੋਰਟਾਂ ਚਲੀ ਜਾਂਦੀ ਹੈ। ਇਸੇ ਤਰੀਕੇ ਸੈਕਸ਼ਨ 29 ਦਾ ਸਬ ਸੈਕਸ਼ਨ 2 ਦੇ ਵਿੱਚ ਹੈਗਾ ਫਸਟ ਕਲਾਸ ਨਾਟ ਐਕਸੀਡਿੰਗ 3 years, ਮੈਕਸਿਮਮ 3 ਸਾਲ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵੱਲੋਂ, ਤੇ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜਾ ਸੈਕੰਡ ਕਲਾਸ ਹੈਗਾ ਉਹ ਮੈਕਸਿਮਮ 1 ਸਾਲ ਤੱਕ ਦੀ ਸਜ਼ਾ ਕਰ ਸਕਦਾ ਹੈ। ਜਿਹੜਾ ਚੀਫ ਮੈਟਰੀਪੋਲੀਟਨ ਮੈਜਿਸਟ੍ਰੇਟ ਦੀ ਗੱਲ ਕੀਤੀ ਗਈ ਹੈ, ਮੈਟਰੀਪੋਲੀਟਨ ਸਿਟੀ ਦੇ ਵਿੱਚ ਜਿੰਨੀ ਸਜ਼ਾ CJM ਕਰ ਸਕਦਾ ਹੈਗਾ ਉਨੀ ਸਜ਼ਾ ਚੀਫ ਮੈਟਰੀਪੋਲੀਟਨ ਮੈਜਿਸਟ੍ਰੇਟ ਕਰ ਸਕਦਾ ਹੈ। ਤੇ ਜਿਹੜੇ ਮੈਟਰੀਪੋਲੀਟਨ ਮੈਜਿਸਟ੍ਰੇਟ ਨੇ ਉਹ ਮੈਜਿਸਟ੍ਰੇਟ ਫਸਟ ਕਲਾਸ ਦੇ ਬਰਾਬਰ ਦੀ ਸਜ਼ਾ ਕਰ ਸਕਦੇ ਨੇ। ਦੈਨ ਸੈਕਸ਼ਨ 30 ਸੈਂਟੈਂਸ ਆਫ ਇੰਪ੍ਰਿਜ਼ਨਮੈਂਟ ਇਨ ਡਿਫਾਲਟ ਆਫ ਫਾਈਨ। ਕਈ ਵਾਰੀ ਅਸੀਂ ਪੜ੍ਹਦੇ ਆ ਰਹੇ ਹਾਂ ਵੀ ਸਜ਼ਾ ਦੇ ਨਾਲ ਨਾਲ ਕੁਝ ਫਾਈਨ ਵੀ ਕੋਰਟਾਂ ਵੱਲੋਂ ਕੀਤੇ ਜਾਂਦੇ ਨੇ, ਠੀਕ ਹੈ। ਜਿੱਥੇ ਕੋਈ ਫਾਈਨ ਨਹੀਂ ਅਦਾ ਕਰ ਸਕਦਾ ਜਾਂ ਡਿਫਾਲਟ ਹੈ ਫਾਈਨ ਦੇਣ ਤੋਂ, ਦਾ ਕੋਰਟ of a magistrate may award such term of imprisonment in default of the payment of fine
ਐਜ਼ ਅਥੋਰਾਈਜ਼ਡ ਬਾਈ ਲਾਅ। ਲਾਅ ਦੀ ਦੱਸਿਆ ਗਿਆ ਵੀ ਕਿਹੜੇ ਕਿੰਨੇ ਫਾਈਨ ਦੀ ਕਿੰਨੀ ਸਜ਼ਾ ਹੋ ਸਕਦੀ ਹੈ, ਕਿੰਨੇ ਫਾਈਨ ਦੀ ਕਿੰਨੀ ਸਜ਼ਾ ਹੋ ਸਕਦੀ ਹੈ, ਪਰ ਫਿਰ ਵੀ ਉਸ ਤੋਂ ਇਲਾਵਾ ਕੁਝ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਹੈਗੇ ਆ, ਜਿਹਦੇ ਵਿੱਚ ਕਿਹਾ ਗਿਆ ਵੀ ਇਜ਼ ਨਾਟ ਇਨ ਐਕਸੈਸ ਆਫ ਦਾ ਪਾਵਰਸ ਆਫ ਦਾ ਮੈਜਿਸਟ੍ਰੇਟ ਅੰਡਰ ਸੈਕਸ਼ਨ 29। ਜਿਹੜੀ ਫਾਈਨ ਦੇ ਇਵਜ਼ ਦੇ ਵਿੱਚ ਜਿਹੜੀ ਸਜ਼ਾ ਕੀਤੀ ਜਾ ਸਕਦੀ ਹੈ, ਉਹ ਜਿਹੜੀ ਮੈਜਿਸਟ੍ਰੇਟ ਕੋਲ ਸਜ਼ਾ ਕਰਨ ਦੀ ਪਾਵਰ ਹੈਗੀ ਉਸ ਤੋਂ ਜ਼ਿਆਦਾ ਨਹੀਂ ਹੋ ਸਕਦੀ। ਤੇ ਫਿਰ ਨਾਲ ਇਹ ਵੀ ਕਿਹਾ ਗਿਆ ਪ੍ਰੋਵੀਜ਼ਨ ਬੀ ਦੇ ਵਿੱਚ ਸ਼ੈਲ ਨਾਟ where the imprisonment has been awarded as part of the ਜਿੰਨੀ ਸਜ਼ਾ ਮੈਕਸਿਮਮ ਸਜ਼ਾ ਕਰ ਸਕਦਾ ਸੀ ਮੈਜਿਸਟ੍ਰੇਟ, ਠੀਕ ਹੈ, ਉਹਦਾ ਜੇ ਫਾਈਨ ਨਾ ਭਰੇ ਤਾਂ ਉਹਦਾ 1/4 ਤੋਂ ਜ਼ਿਆਦਾ ਨਹੀਂ ਹੋ ਸਕਦੀ। ਫਾਈਨ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਟੋਟਲ ਸਜ਼ਾ ਦਾ 1/4 ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਹ ਜਿਹੜੀ ਸਜ਼ਾ ਹੁੰਦੀ ਹੈ ਇਹ ਇਨ ਐਡੀਸ਼ਨ ਹੁੰਦੀ ਹੈ, ਜਿਹੜੀ ਸਜ਼ਾ ਕਨਵੈਕਸ਼ਨ ਕੀਤੀ ਹੈ ਕੋਰਟ ਨੇ ਕਿਸੇ ਅਫੈਂਸ ਦੇ ਰਿਗਾਰਡਿੰਗ, ਉਸ ਤੋਂ ਇਲਾਵਾ ਜਿਹੜੀ ਫਾਈਨ ਨਾ ਭਰਨ ਦੇ ਵਿੱਚ ਜਿਹੜੀ ਸਜ਼ਾ ਕੀਤੀ ਜਾਂਦੀ ਹੈ ਇਹ ਐਡੀਸ਼ਨ ਟੂ ਦੈਟ offense ਹੁੰਦੀ that conviction ਹੁੰਦੀ ਹੈ। Section 31 sentence in cases of the conviction of several offenses at one trial। ਇੱਕ ਕੇਸ ਚੱਲ ਰਿਹਾ ਹੈ, ਇੱਕ ਟ੍ਰਾਇਲ ਚੱਲ ਰਿਹਾ ਹੈਗਾ, ਉਹਦੇ 'ਚ offense ਅਲੱਗ-ਅਲੱਗ ਕੀਤੇ ਹੋਏ ਹੈਗੇ ਆ, ਉਹਦਾ ਅਲੱਗ-ਅਲੱਗ offenses ਕਮਿਟ ਕੀਤੇ ਗਏ ਨੇ, ਸਾਰੇ offenses ਦਾ ਇੱਕੋ ਹੀ ਟ੍ਰਾਇਲ ਚੱਲ ਰਿਹਾ ਹੈ, ਠੀਕ ਹੈ। ਉਹਦੀ ਗੱਲ ਕੀਤੀ ਹੈ when a person is convicted at one trial of 2 or more offenses sentence him for such offense to the several punishments। ਜਿਹੜੀ ਉਹਦੀ ਸਜ਼ਾ ਹੁੰਦੀ ਹੈ ਅਲੱਗ-ਅਲੱਗ offense ਦੀ ਅਲੱਗ-ਅਲੱਗ ਸਜ਼ਾ ਸੁਣਾਈ ਜਾਂਦੀ ਹੈਗੀ ਹੈ, ਪਰ ਇਹ ਜਿਹੜੀ ਸਜ਼ਾ ਹੈਗੀ ਹੈ ਇਹ ਜੇ ਤੱਕ ਕੋਰਟ ਕਹੇ ਵੀ ਇਹ ਸਾਰੀਆਂ ਸਜ਼ਾਵਾਂ ਕਨਕਰੈਂਟਲੀ ਚੱਲਣਗੀਆਂ, ਪੈਰਲਲ ਲਗਾਤਾਰ ਚੱਲਣਗੀਆਂ, ਫਿਰ ਤਾਂ ਗੱਲ ਵੱਖਰੀ ਹੈ, ਨਹੀਂ ਇਹ ਸਜ਼ਾਵਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਚੱਲਦੀਆਂ ਨੇ। ਵਨ ਆਫਟਰ ਦਾ ਐਕਸਪਾਇਰੇਸ਼ਨ ਆਫ ਦਾ ਅਦਰ। ਜਨਰਲੀ ਕੀ ਹੁੰਦਾ, ਜਨਰਲੀ ਜਿਹੜੀਆਂ ਸਜ਼ਾਵਾਂ ਹੁੰਦੀਆਂ ਕੋਰਟ ਆਰਡਰ ਕਰਦੇ ਨਾਲ ਦੀ ਨਾਲ ਹੀ ਵੀ ਜਿਹੜੀ ਸਜ਼ਾਵਾਂ ਹੁੰਦੀਆਂ ਇਕੱਠੀਆਂ ਚੱਲਦੀਆਂ ਨੇ। ਇੱਕ ਕੇਸ ਦੀ ਸਜ਼ਾ 2 ਸਾਲ ਦੀ ਹੋਗੀ, ਕਿਸੇ ਦੀ ਸਜ਼ਾ 3 ਸਾਲ ਦੀ ਹੋਗੀ, ਕਿਸੇ ਦੀ ਕੇਸ ਸਜ਼ਾ 5 ਸਾਲ ਦੀ ਹੋਗੀ, ਠੀਕ ਹੈ। ਕਨਕਰੈਂਟਲੀ ਦਾ ਮਤਲਬ ਇਹੀ ਹੁੰਦਾ ਵੀ ਲਗਾਤਾਰ ਜਦੋਂ ਸਜ਼ਾ ਚੱਲੇਗੀ, ਜਿਹੜੀ ਮੈਕਸਿਮਮ ਸਜ਼ਾ ਜਿਹੜੀ ਹੈਗੀ ਹੈ ਲਿਮਿਟ ਹੈਗੀ ਹੈ ਉੱਥੇ ਅੱਗੇ ਸਜ਼ਾ ਪੂਰੀ ਹੋ ਜਾਂਦੀ ਹੈ। ਜੇਕਰ ਕੋਰਟ ਇਹ ਕਹੇ ਵੀ ਨਹੀਂ ਇੱਕ ਸਜ਼ਾ ਖਤਮ ਹੋ ਕੇ ਦੂਜੀ ਸਜ਼ਾ ਸ਼ੁਰੂ ਹੋਏਗੀ, ਠੀਕ ਹੈ, ਤਾਂ ਜਿਹੜਾ ਹੈਗਾ ਉਹ ਸਜ਼ਾ ਫਿਰ ਜ਼ਿਆਦਾ ਲੰਮੀ ਹੋ ਜਾਂਦੀ ਹੈ। ਯਾਨੀ ਕਿ ਲਾਅ ਹੈਗਾ, ਕੋਰਟ ਦੀ ਡਿਸਕ੍ਰਿਸ਼ਨ ਹੈਗੀ ਹੈ ਵੀ ਸਜ਼ਾ ਕਿਵੇਂ ਦੇਣੀ ਹੈ। In the case of the consecutive sentences, it shall not be necessary for the court by reason of only of the aggregate punishment for the several offences। ਇੱਥੇ ਕਿਹਾ ਗਿਆ ਵੀ ਜੇ ਕਿਸੇ ਕੋਰਟ ਕੋਲੇ ਸਜ਼ਾ ਕਰਨ ਦਾ 3 ਸਾਲ ਦਾ ਸਮਾਂ, 3 ਸਾਲ ਤੋਂ ਵੱਧ ਹੱਦ ਤੋਂ ਜਿਵੇਂ ਕਿ ਸਜ਼ਾ ਨਹੀਂ ਕੀਤੀ, ਜਿਵੇਂ ਕਿ CJM ਦੀ ਗੱਲ ਕਰ ਲਈਏ, CJM 7 ਸਾਲ ਤੋਂ ਵੱਧ ਸਜ਼ਾ ਨਹੀਂ ਕਰਦੇ ਅੰਡਰ ਦਾ ਲਾਅ, ਠੀਕ ਹੈ। ਪਰ ਜੇ ਕੋਈ offense 2 ਜਾਂ 3 ਇਕੱਠੇ ਚੱਲ ਰਹੇ ਨੇ, ਉਹਦਾ ਇਕੱਠਾ ਟ੍ਰਾਇਲ ਚੱਲ ਰਿਹਾ ਹੈਗਾ, ਜੇ ਉਹਦੀ ਸਜ਼ਾ ਜਿਹੜੀ ਵੱਧ ਜਾਂਦੀ ਹੈ 7 ਸਾਲ ਤੋਂ ਉੱਪਰ ਹੋ ਜਾਂਦੀ ਹੈ, ਤਾਂ ਇੱਥੇ ਕਿਹਾ ਗਿਆ ਵੀ ਅਲੱਗ-ਅਲੱਗ offenses ਦੇ ਵਿੱਚ ਕਿਸੇ 'ਚ 2 ਸਾਲ ਦੀ ਸਜ਼ਾ ਹੋ ਗਈ, ਕਿਸੇ 'ਚ 3 ਸਾਲ ਦੀ ਸਜ਼ਾ ਹੋ ਗਈ, ਕਿਸੇ 'ਚ 4 ਸਾਲ ਦੀ ਸਜ਼ਾ ਹੋ ਗਈ, ਤਾਂ 7 ਸਾਲ ਤੋਂ ਜੇ ਸਜ਼ਾ ਉੱਪਰ ਵੱਧ ਜਾਂਦੀ ਹੈ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਕੋਰਟ ਹੈਗੀ ਹੈ ਉਹ ਇਸ ਕੇਸ ਨੂੰ ਕਿਸੇ ਹਰ ਕੋਰਟ ਦੇ ਵਿੱਚ ਟ੍ਰਾਂਸਫਰ ਕਰੇ। In no case shall such person be sentenced to imprisonment for a longer period than 14 years। ਪਰ ਇਸ ਕੇਸ 'ਚ ਇਹ ਵੀ ਕਿਹਾ ਗਿਆ ਨਾਲ ਵੀ 14 ਸਾਲ ਤੋਂ ਵੱਧ ਸਜ਼ਾ ਨਹੀਂ ਕੀਤੀ ਜਾ ਸਕਦੀ ਐਗਰੀਗੇਟ ਦੇ ਵਿੱਚ। The aggregate punishment shall not exceed twice the amount of the punishment which the court is competent। ਜਿਸ ਕੋਰਟ ਨੂੰ ਸਜ਼ਾ ਕਰਨ ਦਾ ਅਧਿਕਾਰ ਹੈਗਾ 7 ਸਾਲ ਦਾ, ਤਾਂ ਜਿਹੜੀ ਟਵਾਈਸ ਯਾਨੀ ਕਿ 14 ਸਾਲ ਤੋਂ ਵੱਧ ਇਹ ਜਿਹੜੀ ਅਲੱਗ-ਅਲੱਗ ਕੇਸਾਂ ਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ ਨਹੀਂ ਸੁਣਾਈ ਜਾ ਸਕਦੀ। For the purpose of appeal by a convicted person, the aggregate of the consecutive sentences passed against him under this section shall be deemed to be a single sentence। ਜੇ ਅਪੀਲ ਦੇ ਪਰਪਸ ਲਈ ਕਿਹੜੀ ਕੋਰਟ 'ਚ ਅਪੀਲ ਫਾਈਲ ਹੋਣੀ ਹੈਗੀ ਹੈ, ਉਹਦੇ ਲਈ ਇਹ ਜਿਹੜੀ ਸਜ਼ਾ ਹੈਗੀ ਹੈ, ਜੇ 2-3 ਕੇਸਾਂ 'ਚ ਅਲੱਗ-ਅਲੱਗ ਸਜ਼ਾ ਹੋਈ ਹੈ ਪਰ ਇੱਕ ਸਜ਼ਾ ਮੰਨ ਕੇ ਹੀ ਨੈਕਸਟ ਕੋਰਟ 'ਚ ਅਪੀਲ ਫਾਈਲ ਕੀਤੀ ਜਾਂਦੀ ਹੈ, ਕਿਹੜੀ ਕੰਪੀਟੈਂਟ ਕੋਰਟ ਬਣਦੀ ਹੈ। ਸੈਕਸ਼ਨ 32 'ਚ ਕਿਹਾ ਹੈ mode of conferring powers। ਹਾਈ ਕੋਰਟ ਔਰ ਦਾ ਸਟੇਟ ਗਵਰਨਮੈਂਟ ਕਿਸੇ ਵੀ ਆਫੀਸਰ ਨੂੰ may by order empower persons specially by name or by virtue of their office classes of the officials generally by their official state titles ਹੁੰਦਾ ਹੈਗਾ ਵੀ ਮੈਜਿਸਟ੍ਰੇਟ ਫਸਟ ਕਲਾਸ ਹੈ, ਸੈਕੰਡ ਕਲਾਸ ਹੈ, CJM ਹੈਗਾ, ਠੀਕ ਹੈ। ਇਹ by virtue of their offices ਹੁੰਦੇ ਹੈਗੇ ਆਰਡਰ ਵੀ ਕਿੰਨੀ ਸਜ਼ਾ ਕੋਈ ਕਰ ਸਕਦਾ ਹੈਗਾ। ਪਾਵਰਸ ਆਫ ਦਾ ਆਫੀਸਰਸ ਅਪਾਇੰਟਡ, ਜਿਹੜੇ ਆਫੀਸਰਸ ਨੂੰ ਇਹਦਾ ਅਪਾਇੰਟ ਕੀਤਾ ਜਾਂਦਾ ਹੈ ਤਾਂ ਉਹਦੀ ਜਿਹੜੀ ਆਪਦੀ ਲੋਕਲ ਜੁਰਿਸਡਿਕਸ਼ਨ ਹੁੰਦੀ ਹੈ ਉਹਦੇ ਵਿੱਚ ਹੀ ਉਹ ਆਪਣਾ ਕੰਮ ਕਰ ਸਕਦਾ ਹੈਗਾ। ਬਿਟ ਆਫ ਦਾ ਪਾਵਰ, ਜੇ ਕਦੇ ਕੋਰਟ ਨੇ ਕਿਸੇ ਹਾਈ ਕੋਰਟ ਨੇ ਜਾਂ ਗਵਰਨਮੈਂਟ ਨੇ ਕਿਸੇ ਆਫੀਸਰ ਨੂੰ ਕੋਈ ਪਾਵਰ ਦਿੱਤੀ ਹੈਗੀ ਹੈ ਤਾਂ ਉਹਦੀ ਪਾਵਰ ਜਿਹੜੀ ਹੈਗੀ ਹੈ ਵਿਡਰਾਅ ਵੀ ਕੀਤੀ ਜਾ ਸਕਦੀ ਹੈ। ਦੈਨ ਹੈਗਾ ਪਾਵਰਸ ਆਫ ਦਾ ਸੁਪੀਰੀਅਰ ਆਫੀਸਰਸ ਆਫ ਦਾ ਪੁਲਿਸ, ਚੈਪਟਰ ਨੰਬਰ 4 section 36
power of superior officers of the police officers superior in the rank to an officer in charge of a police station may exercise the same powers throughout the local area to which they are appointed ਜਿਹੜੇ ਏਰੀਆ ਵਿੱਚ ਕੋਈ ਪੁਲਿਸ ਆਫੀਸਰ ਅਪਾਇੰਟ ਹੋਇਆ ਹੈ ਉਸੇ ਏਰੀਆ ਦੇ ਵਿੱਚ ਜਿਹੜੀ ਆਪਣੀਆਂ ਪਾਵਰਸ ਹੈਗੀਆਂ ਨੇ ਯੂਟਿਲਾਈਜ਼ ਕਰ ਸਕਦਾ ਜਿਵੇਂ ਕੋਈ ਥਾਣਾ ਕਿਹੜੇ ਆਫੀਸਰ ਕੋਲ ਹੈ ਉਸ ਥਾਣੇ ਦੇ ਅੰਦਰ ਕਿਹੜੇ ਕਿਹੜੇ ਪਿੰਡ ਆਉਂਦੇ ਨੇ ਠੀਕ ਹੈ ਜੀ ਜਿਵੇਂ ਆਪਣੇ ਰੈਵਨਿਊ ਕੋਟਾਂ ਹੁੰਦੀਆਂ ਨੇ ਉਸੇ ਤਰੀਕੇ ਦੀ ਗੱਲ ਕੀਤੀ ਗਈ ਹੈ then ਇਹਦਾ ਹੈਡ B ਹੈਗਾ aid to the magistrate and the police aid ਦੇਣੀ ਹੈਲਪ ਕਰਨੀ ਪਬਲਿਕ ਬੈਂਕ ਟੂ ਅਸਿਸਟ ਦ ਮੈਜਿਸਟ੍ਰੇਟ ਐਂਡ ਪੁਲਿਸ ਜਿਹੜੀ ਜਨਤਾ ਹੈਗੀ ਹੈ ਜਨਤਾ ਨੂੰ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸ ਲਾਅ ਦੇ ਤਹਿਤ ਇਸ ਐਕਟ ਦੇ ਤਹਿਤ ਸੈਕਸ਼ਨ ਦੇ ਤਹਿਤ ਵੀ ਜਿਹੜੀ ਮੈਜਿਸਟ੍ਰੇਟ ਨੂੰ ਜਾਂ ਪੁਲਿਸ ਆਫੀਸਰ ਨੂੰ ਜਿਹੜੀ ਹੈਲਪ ਕਰਨੀ ਬਣਦੀ ਹੁੰਦੀ ਹੈ ਐਵਰੀ ਪਰਸਨ ਇਜ਼ ਬਾਉਂਡ ਟੂ ਅਸਿਸਟ ਅ ਮੈਜਿਸਟ੍ਰੇਟ ਔਰ ਅ ਪੁਲਿਸ ਆਫੀਸਰ ਰੀਜ਼ਨੇਬਲੀ ਡਿਮਾਂਡਿੰਗ ਹਿਜ਼ ਹੈਲਪ ਏਡ ਜਦੋਂ ਕਿਸੇ ਪੁਲਿਸ ਆਫੀਸਰ ਵੱਲੋਂ ਜਾਂ ਕਿਸੇ ਮੈਜਿਸਟ੍ਰੇਟ ਵੱਲੋਂ ਕਿਤੇ ਰੀਜ਼ਨੇਬਲੀ ਜਿਹੜੀ ਡਿਮਾਂਡ ਕੀਤੀ ਜਾਂਦੀ ਹੈ ਕਿਸੇ ਹੈਲਪ ਦੀ ਤਾਂ ਉਹ ਆਮ ਜਿਹੜੀ ਜਨਤਾ ਹੈਗੀ ਆ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਵੀ ਹੈਲਪ ਕਰੇ ਕਦੋਂ ਜਦੋਂ ਕੋਈ ਐਸਕੇਪ ਕਰ ਰਿਹਾ ਹੋਵੇ ਟੇਕਿੰਗ ਪ੍ਰੀਵੈਂਟਿੰਗ ਦਾ ਐਸਕੇਪ ਆਫ ਐਨੀ ਅਦਰ ਪਰਸਨ ਕੋਈ ਬੰਦਾ ਦੌੜ ਕੇ ਜਾ ਰਿਹਾ ਉਹਦੀ ਹੈਲਪ ਕਰਾਉਣ ਵਾਸਤੇ ਠੀਕ ਹੈ ਇੱਦਾਂ ਦੇ ਕੇਸ ਦੇ ਵਿੱਚ ਮਤਲਬ ਹੈਲਪ ਕਰਨੀ ਜ਼ਿੰਮੇਵਾਰੀ ਬਣ ਜਾਂਦੀ ਹੈ ਆਮ ਜਨਤਾ ਦੀ aid to person other than police officer executing warrant ਕੋਈ ਵਾਰੰਟ ਆਫੀਸਰ ਹੈਗਾ ਵਾਰੰਟ ਐਗਜ਼ੀਕਿਊਟ ਕਰਨ ਦੀ ਖਾਤਰ ਉਹ ਗਿਆ ਹੈ ਕਿਸੇ ਵਿਅਕਤੀ ਨੂੰ ਅਰੈਸਟ ਕਰਨ ਦੀ ਖਾਤਰ ਤਾਂ ਉਹ ਵੀ ਏਡ ਮੰਗ ਸਕਦਾ ਕਿਸੇ ਹੋਰ ਵਿਅਕਤੀ ਤੋਂ ਪੁੱਛ ਸਕਦਾ ਹੈ ਮੈਨੇ ਵਾਰੰਟ ਇਜ਼ ਅਟੈਕਟਡ ਟੂ ਅਪੀਅਰ ਟੂ ਅ ਪਰਸਨ ਅਦਰ ਦੈਨ ਅ ਪੁਲਿਸ ਆਫੀਸਰ ਐਨੀ ਪਰਸਨ ਮੇ ਕਿਸੇ ਪੁਲਿਸ ਆਫੀਸਰ ਤੋਂ ਇਲਾਵਾ ਵੀ ਕਿਸੇ ਹੋਰ ਨੂੰ ਵਾਰੰਟ ਦਿੱਤਾ ਜਾ ਸਕਦਾ ਹੈ ਕੋਰਟ ਵੱਲੋਂ ਐਨੀ ਪਰਸਨ ਮੇ ਏਡ ਇਨ ਐਗਜ਼ੀਕਿਊਟਿੰਗ ਸਚ ਵਾਰੰਟ ਮਤਲਬ ਕਿ ਜੇ ਪੁਲਿਸ ਆਫੀਸਰ ਏਡ ਮੰਗ ਸਕਦਾ ਹੈ ਮੈਜਿਸਟ੍ਰੇਟ ਏਡ ਮੰਗ ਸਕਦਾ ਹੈ ਤਾਂ ਜਿਸ ਵਿਅਕਤੀ ਦੇ ਨਾਂ ਤੇ ਕੋਰਟ ਨੇ ਵਾਰੰਟ ਜਾਰੀ ਕੀਤਾ ਹੈ ਉਹ ਵਿਅਕਤੀ ਵੀ ਕਿਸੇ ਆਮ ਜਨਤਾ ਤੋਂ ਏਡ ਮੰਗ ਸਕਦਾ ਹੈਗਾ then as section 39 public to give information of the certain offenses ਆਮ ਜਨਤਾ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਇਨਫੋਰਮੇਸ਼ਨ ਦੇਣ ਜੇ ਕੋਈ offense commit ਹੋ ਰਿਹਾ ਹੈ ਜਾਂ ਕੋਈ ਕਮਿਸ਼ਨ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ every person aware of the commission of or of the attention of any other person to commit any offense punishable under any following sections ਇੰਡੀਅਨ ਪੀਨਲ ਕੋਡ ਦੇ ਤਹਿਤ ਜੇ ਕੋਈ ਵਿਅਕਤੀ ਕੋਈ ਮਤਲਬ ਕਿ ਪਲੈਨਿੰਗ ਕਰ ਰਿਹਾ ਕੋਈ ਰੋਬਰੀ ਕਰਨ ਦੀ ਕੋਈ ਡਾਕਾ ਮਾਰਨ ਦੀ ਠੀਕ ਹੈ ਜੀ ਇੱਦਾਂ ਦਾ ਕੋਈ ਵੀ ਆਫੈਂਸ ਕਮਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਪਬਲਿਕ ਪੀਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਿਸ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਉਹਦੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਉਹ ਨੇੜੇ ਦੇ ਮੈਜਿਸਟ੍ਰੇਟ ਨੂੰ ਜਾਂ ਪੁਲਿਸ ਆਫੀਸਰ ਨੂੰ ਜਾ ਕੇ ਇਨਫੋਰਮ ਕਰੇ ਦੈਨ ਅਗਲਾ ਚੈਪਟਰ ਹੈਗਾ 5 ਅਰੈਸਟ ਆਫ ਪਰਸਨਸ ਅਰੈਸਟ ਆਫ ਪਰਸਨਸ ਕਿਵੇਂ ਹੁੰਦੀ ਹੈ ਆਪਾਂ ਪਹਿਲਾਂ ਹੀ ਪੜ੍ਹਿਆ ਸੀ ਸੈਕਸ਼ਨ 41 ਹੈਗਾ ਵੈਨ ਪੁਲਿਸ ਮੇ ਅਰੈਸਟ ਵਿਦਆਊਟ ਵਾਰੰਟ ਜਦੋਂ ਕੋਈ ਕੋਗਨੀਜੇਬਲ ਆਫੈਂਸ ਹੁੰਦਾ ਹੈ ਕੋਗਨੀਜੇਬਲ ਆਫੈਂਸ ਕਿਹੜੇ ਹੁੰਦੇ ਜਿਹੜੇ ਆਫੈਂਸ ਜਿਹਦੇ ਵਿੱਚ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੋਂ ਉੱਪਰ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਕਿਸੇ ਆਫੈਂਸ ਦੀ ਉਹਨਾਂ ਨੂੰ ਅਸੀਂ ਕੋਗਨੀਜੇਬਲ ਆਫੈਂਸ ਕਹਿੰਦੇ ਆ ਉਹਨਾਂ ਕੇਸਾਂ ਦੇ ਵਿੱਚ ਕੀ ਹੈਗਾ ਪੁਲਿਸ ਆਫੀਸਰ ਨੂੰ ਵਾਰੰਟ ਲੈਣ ਦੀ ਜ਼ਰੂਰਤ ਕਿਸੇ ਕੋਰਟ ਤੋਂ ਜ਼ਰੂਰਤ ਨਹੀਂ ਹੁੰਦੀ ਉਹ ਅਦਰਵਾਈਜ਼ ਡਾਇਰੈਕਟਲੀ ਤੌਰ ਤੇ ਹੀ ਜਿਹੜਾ ਆਫੈਂਡਰ ਹੈਗਾ ਉਸ ਨੂੰ ਅਰੈਸਟ ਕਰ ਸਕਦੇ ਨੇ ਠੀਕ ਹੈ ਜਿਹੜੇ ਨਾਨ ਕੋਗਨੀਜੇਬਲ ਆਫੈਂਸ ਹੁੰਦੇ ਆ ਉਹਦੇ ਵਿੱਚ ਕੋਰਟ ਨੂੰ ਜਿਹੜੀ ਹੈਗਾ ਪੁਲਿਸ ਆਫੀਸਰ ਨੂੰ ਹੈ ਕਿਸੇ ਕੰਸਰਨਡ ਕੋਰਟ ਤੋਂ ਜਿਹੜੀ ਹੈਗੀ ਹੈ ਕੰਪੀਟੈਂਟ ਕੋਰਟ ਤੋਂ ਵਾਰੰਟ ਲੈਣ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਕਿਹਾ ਵੈਨ ਪੁਲਿਸ ਆਫੀਸਰ ਮੇ ਅਰੈਸਟ ਵਿਦਆਊਟ ਵਾਰੰਟ ਉਹੀ ਕੋਗਨੀਜੇਬਲ ਆਫੈਂਸ ਦੀ ਗੱਲ ਕੀਤੀ ਹੈ ਹੂ ਹੈਜ਼ ਇਨ ਹਿਜ਼ ਪੋਜੈਸ਼ਨ ਵਿਦਆਊਟ ਲਾਫੁਲ ਐਕਸਕਿਊਜ਼ ਹਾਊਸ ਬ੍ਰੇਕਿੰਗ ਕੋਈ ਇਹਦਾ ਦਾ ਹਥਿਆਰ ਵਗੈਰਾ ਹੋਵੇ ਕਿਸੇ ਵਿਅਕਤੀ ਦੇ ਕੋਲੇ ਠੀਕ ਹੈ ਹਾਊਸ ਬ੍ਰੇਕਿੰਗ ਦੇ ਕੰਮ ਆਉਣ ਵਾਲਾ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਜਾ ਕੇ ਕੋਈ ਨਾ ਕੋਈ ਵਾਰਦਾਤ ਕਰਨੀ ਹੈ ਤਾਂ ਉਸ ਵਿਅਕਤੀ ਨੂੰ ਵੀ ਜਿਹੜਾ ਹੈਗਾ ਵਿਦਆਊਟ ਵਾਰੰਟ ਅਰੈਸਟ ਕੀਤਾ ਜਾ ਸਕਦਾ ਹੈ ਕੋਈ ਪ੍ਰੋਕਲੇਮਡ ਅਫੈਂਡਰ ਹੋਵੇ ਠੀਕ ਹੈ ਉਹਨੂੰ ਵੀ ਬਿਨਾਂ ਵਾਰੰਟ ਤੋਂ ਫੜਾਇਆ ਜਾ ਸਕਦਾ ਕੋਈ ਕਿਸੇ ਦੇ ਕਬਜ਼ੇ ਦੇ ਕੋਈ ਸਟੋਲਨ ਪ੍ਰਾਪਰਟੀ ਹੋਵੇ ਠੀਕ ਹੈ ਜਿਹਦੀ ਭਾਲ ਹੋਵੇ ਜਾਰੀ ਕੀਤੀ ਗਈ ਹੋਵੇ ਤਾਂ ਉਸ ਇੱਦਾਂ ਦੇ ਕੇਸ ਹੈਗੇ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਜਿਹੜਾ ਵਿਦਆਊਟ ਵਾਰੰਟ ਵੀ ਜਿਹੜਾ ਪੁਲਿਸ ਆਫੀਸਰ ਹੈ ਉਹ ਕਿਸੇ ਅਫੈਂਡਰ ਨੂੰ ਅਰੈਸਟ ਕਰ ਸਕਦਾ ਹੈ ਜਾਂ ਫਿਰ ਅਰੈਸਟ ਔਨ ਦਾ ਰਿਫਿਊਜ਼ਲ ਟੂ ਗਿਵ ਨੇਮ ਐਂਡ ਰੈਜ਼ੀਡੈਂਸ ਜੇ ਕੋਈ ਅਫੈਂਸ ਤਾਂ ਹੈਗਾ ਨਾਨ ਕੋਗਨੀਜੇਬਲ ਜਿਹਦੇ ਵਿੱਚ ਸਜ਼ਾ 2 ਸਾਲ ਤੋਂ ਘੱਟ ਹੋ ਸਕਦੀ ਹੈ ਪਰ ਪੁਲਿਸ ਆਫੀਸਰ ਨੇ ਜਦੋਂ ਉਸ ਵਿਅਕਤੀ ਨੂੰ ਪੁੱਛਿਆ ਉਹਦਾ ਨਾਮ ਤੇ ਵਗੈਰਾ ਪੁੱਛਿਆ ਤੇ ਰਹਿائش ਪੁੱਛੀ ਉਹਨੇ ਦੱਸਣ ਤੋਂ ਇਨਕਾਰ ਕਰਦਾ ਹੈਗਾ ਤਾਂ ਉਸ ਨੂੰ ਜਿਹੜਾ ਹੈਗਾ ਪੁਲਿਸ ਆਫੀਸਰ ਅਰੈਸਟ ਕਰ ਸਕਦਾ ਹੈ 43 ਚ ਕੀ ਹੈ ਅਰੈਸਟ ਬਾਈ ਪ੍ਰਾਈਵੇਟ ਪਰਸਨ ਐਂਡ ਪ੍ਰੋਸੀਜਰ ਔਨ ਸੱਚ ਅਰੈਸਟ ਪ੍ਰਾਈਵੇਟ ਵਿਅਕਤੀ ਵੀ ਸੈਕਸ਼ਨ 43 ਦੇ ਤਹਿਤ ਕਿਸੇ ਅਫੈਂਡਰ ਨੂੰ ਠੀਕ ਹੈ ਜਿੱਥੇ ਅਫੈਂਸ ਉਹਨੇ ਕਮਿਟ ਕੀਤਾ ਕੋਈ ਨਾਨ ਬੇਲੇਬਲ ਅਫੈਂਸ ਹੈ ਕੋਗਨੀਜੇਬਲ ਅਫੈਂਸ ਹੈ ਜਾਂ ਕੋਈ ਐਨੀ ਪ੍ਰੋਕਲੇਮਡ ਅਫੈਂਡਰ ਹੈ ਕੋਈ ਦੌੜਿਆ ਹੋਇਆ ਅਫੈਂਡਰ ਹੈਗਾ ਉਹਨਾਂ ਨੂੰ ਆਮ ਪ੍ਰਾਈਵੇਟ ਵਿਅਕਤੀ ਵੀ ਪਕੜ ਕੇ ਕੰਸਰਨਡ ਆਫੀਸਰ ਨੂੰ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਉਹਦੀ ਕਸਟਡੀ ਦੇ ਸਕਦਾ ਹੈ ਅਰੈਸਟ ਬਾਈ ਮੈਜਿਸਟ੍ਰੇਟ when any office
when any offence is committed in the presence of the magistrate, whether executive or judicial, ठीक है, किसी जुडिशियल ਦੀ ਮੈਜਿਸਟ੍ਰੇਟ ਦੀ ਜਾਂ ਕਿਸੇ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਕੋਈ ਆਫੈਂਸ ਕਮਿਟ ਹੁੰਦਾ ਹੈ, ਉਸ ਵੇਲੇ ਉਹ ਮੈਜਿਸਟ੍ਰੇਟ ਵੱਲੋਂ ਵੀ ਅਰੈਸਟ ਕੀਤੀ ਜਾ ਸਕਦੀ ਹੈ ਉਸ ਬੰਦੇ ਦੀ। Any magistrate, executive or judicial may at any time arrest or direct the arrest in his presence, ਡਾਇਰੈਕਸ਼ਨ ਦੇ ਸਕਦਾ, ਵਾਰੰਟ ਜਾਰੀ ਕਰ ਸਕਦੇ ਨੇ ਪੁਲਿਸ ਆਫੀਸਰ ਨੂੰ ਵੀ ਅਰੈਸਟ ਕਰਕੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ। 45 ਚ ਕਿਹਾ ਗਿਆ ਪ੍ਰੋਟੈਕਸ਼ਨ ਆਫ ਦਾ ਮੈਂਬਰਸ ਆਫ ਦਾ ਆਰਮਡ ਫੋਰਸਸ ਫਰੋਮ ਦਾ ਅਰੈਸਟ। ਇੱਥੇ ਜਿਹੜੇ ਆਰਮਡ ਫੋਰਸਸ ਦੇ ਮੈਂਬਰ ਹੈਗੇ ਉਹਨਾਂ ਨੂੰ ਇਹ ਪ੍ਰੋਟੈਕਸ਼ਨ ਦਿੱਤੀ ਗਈ ਹੈ ਵਿਦਆਊਟ ਦਾ ਸੈਂਕਸ਼ਨ ਆਫ ਦਾ ਸੈਂਟਰਲ ਗਵਰਨਮੈਂਟ ਵਗੈਰਾ, ਉਸ ਨੂੰ ਜਿਹੜੀ ਹੈਗੀ ਅਰੈਸਟ ਨਹੀਂ ਕੀਤਾ ਜਾ ਸਕਦਾ ਪੁਲਿਸ ਵੱਲੋਂ। Arrest how made 46 ਪੁਲਿਸ ਆਫੀਸਰ ਟੱਚ ਔਰ ਕਨਫਾਈਨ ਦਾ ਬੋਡੀ ਆਫ ਦਾ ਪਰਸਨ। ਕਿਵੇਂ ਅਰੈਸਟ ਕਰਨੀ ਹੈ, ਉਹਨੂੰ ਪਕੜ ਕੇ ਰੱਖਿਆ ਜਾ ਸਕਦਾ ਹੈ, ਉਹਦੀ ਬੋਡੀ ਨੂੰ ਪਕੜ ਕੇ ਵਿਅਕਤੀ ਨੂੰ ਅਰੈਸਟ ਕੀਤੀ ਜਾ ਸਕਦੀ ਹੈ ਜੇ ਉਹ ਅਦਰਵਾਈਜ਼ ਨਹੀਂ ਮੰਨਦਾ ਤਾਂ। ਠੀਕ ਹੈ, ਯੂਜ਼ ਆਲ ਦਾ ਮੀਨਸ ਨੈਸੈਸਰੀ ਟੂ ਅਫੈਕਟ ਦਾ ਅਰੈਸਟ, ਜਾਂ ਅਰੈਸਟ ਕਰਨ ਦੇ ਲਈ ਹੋਰ ਵੀ ਕੋਈ ਸਾਧਨ ਅਪਣਾਇਆ ਜਾ ਸਕਦਾ ਹੈਗਾ ਤਾਂ ਕਿ ਉਹ ਬੰਦਾ ਦੌੜੇ ਨਾ। ਸਰਚ ਆਫ ਅਰੈਸਟਡ ਪਰਸਨਸ, ਅਸੀਂ ਆਮ ਦੇਖਦੇ ਹਾਂ ਜਦੋਂ ਕੋਈ ਵਿਅਕਤੀ ਅਰੈਸਟ ਹੋ ਜਾਂਦਾ ਹੈ, ਠੀਕ ਹੈ, ਕਿਸੇ ਆਫੈਂਸ ਦੇ ਵਿੱਚ ਉਹਨੂੰ ਅਰੈਸਟ ਕਰ ਲਿਆ ਜਾਂਦਾ ਹੈ ਤਾਂ ਉਹਦੀ ਜਿਹੜੀ ਹੈਗੀ ਜਾਮਾ ਤਲਾਸ਼ੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦੀ ਜਾਮਾ ਤਲਾਸ਼ੀ ਲਈ ਜਾਂਦੀ ਹੈ। ਜੋ ਵੀ ਉਹਦੇ ਕੋਲ ਆਰਟੀਕਲਸ ਵਗੈਰਾ ਕੋਈ ਹੁੰਦੇ ਨੇ ਤਾਂ ਪੁਲਿਸ ਆਫੀਸਰ ਵੱਲੋਂ ਉਹ ਅਰੈਸਟ ਕਰਕੇ ਉਹਦੀ ਡਿਟੇਲ ਬਣਾ ਕੇ ਲਿਸਟ ਬਣਾ ਕੇ, ਠੀਕ ਹੈ, ਉਹ ਸੀਜ਼ ਕੀਤੇ ਜਾਂਦੇ ਨੇ ਤੇ ਉਹਦੀ ਜਿਹੜੀ ਇੱਕ ਰਸੀਦ ਹੁੰਦੀ ਹੈ ਉਸ ਵਿਅਕਤੀ ਨੂੰ ਦੇ ਦਿੱਤੀ ਜਾਂਦੀ ਹੈ। 52 ਦੇ ਵਿੱਚ ਕਿਹਾ ਪਾਵਰ ਟੂ ਸੀਜ਼ ਆਫੈਂਸਿਵ ਵੈਪਨਸ, ਜੇ ਕੋਈ ਆਫੈਂਸਿਵ ਵੈਪਨ ਹੈਗਾ ਜਿਹਦੇ ਨਾਲ ਕੋਈ ਆਫੈਂਸ ਕਮਿਟ ਕੀਤਾ ਹੈ, ਠੀਕ ਹੈ, ਉਹ ਵੀ ਜਿਹੜਾ ਹੈਗਾ ਸੀਜ਼ ਕਰ ਲਿਆ ਜਾਂਦਾ ਪੁਲਿਸ ਆਫੀਸਰ ਵੱਲੋਂ ਤੇ ਕੋਰਟ ਦੀ ਕਸਟਡੀ ਦੇ ਦਿੱਤਾ ਜਾਂਦਾ ਹੈ। 53 ਕਿਹਾ ਐਗਜ਼ਾਮੀਨੇਸ਼ਨ ਆਫ ਦਾ ਅਕਿਊਜ਼ਡ ਬਾਈ ਮੈਡੀਕਲ ਪ੍ਰੈਕਟੀਸ਼ਨਰ ਐਟ ਦਾ ਰਿਕੁਐਸਟ ਆਫ ਦਾ ਪੁਲਿਸ ਆਫੀਸਰ। ਜਦੋਂ ਕਿਸੇ ਵਿਅਕਤੀ ਨੂੰ ਅਰੈਸਟ ਕੀਤਾ ਗਿਆ, ਠੀਕ ਹੈ, ਤਾਂ ਉਹਦਾ ਜਿਹੜਾ ਅਸੀਂ ਮੈਡੀਕਲ ਵੀ ਕਰਵਾ ਸਕਦੇ ਹਾਂ। ਜੇ ਪੁਲਿਸ ਚਾਹੇ ਤਾਂ ਪੁਲਿਸ ਰਿਕੁਐਸਟ ਕਰ ਸਕਦੀ ਆ ਕੋਰਟ ਨੂੰ ਵੀ ਇਹਦਾ ਜਿਹੜਾ ਮੈਡੀਕਲ ਕਰਵਾਇਆ ਜਾਵੇ, ਤਾਂ ਜਿਹੜਾ ਪੁਲਿਸ ਆਫਿਸ ਜਿਹੜੀ ਕੋਰਟ ਹੈਗੀ ਹੈ ਉਹ ਡਾਇਰੈਕਸ਼ਨ ਦੇ ਸਕਦੇ ਮੈਡੀਕਲ ਅਥਾਰਟੀਜ਼ ਨੂੰ, ਕਿਸੇ ਆਰਮੀ ਡਾਕਟਰ ਨੂੰ ਜਾਂ ਕਿਸੇ ਹੋਰ ਵੀ ਡਾਕਟਰ ਨੂੰ ਅਥਾਰਟੀ ਦਿੱਤੀ, ਮਤਲਬ ਕਿ ਆਰਡਰ ਕੀਤਾ ਜਾ ਸਕਦਾ, ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਵੀ ਇਹਦਾ ਮੈਡੀਕਲ ਕਰਾਇਆ ਜਾਵੇ। ਜੇ ਕੋਈ ਫੀਮੇਲ ਹੈਗੀ ਹੈ ਜਿਹਦੀ ਅਫੈਂਡਰ ਹੈ, ਜਿਹੜੀ ਅਕਿਊਜ਼ ਜੇ ਕੋਈ ਫੀਮੇਲ ਹੈ ਤਾਂ ਜਿਹੜਾ ਉਹਦਾ ਮੈਡੀਕਲ ਹੈਗਾ ਉਹ ਮੈਡੀਕਲ ਡਾਕਟਰ ਵੱਲੋਂ ਹੀ, ਸੌਰੀ ਫੀਮੇਲ ਡਾਕਟਰ ਵੱਲੋਂ ਕੀਤਾ ਜਾਂਦਾ ਹੈ। ਇਹ 53 ਦੇ ਵਿੱਚ ਤਾਂ ਰਿਕੁਐਸਟ ਕਰਦੇ ਸੀ ਪੁਲਿਸ ਆਫੀਸਰ। 54 ਦੇ ਜਿਹੜਾ ਪਰਸਨ ਹੈ ਜਿਹਨੂੰ ਅਰੈਸਟ ਕੀਤਾ ਗਿਆ ਉਹ ਵੀ ਰਿਕੁਐਸਟ ਕਰ ਸਕਦਾ ਹੈ ਮੈਜਿਸਟ੍ਰੇਟ ਨੂੰ ਵੀ ਮੇਰਾ ਮੈਡੀਕਲ ਕਰਵਾਇਆ ਜਾਵੇ ਪਹਿਲਾਂ, ਜੇ ਉਹਨੂੰ ਖਤਰਾ ਹੋਵੇ ਮੈਨੂੰ ਪੁਲਿਸ ਕੁੱਟੇਗੀ ਮਾਰੇਗੀ, ਇਸ ਕਰਕੇ ਉਹ ਵੀ ਰਿਕੁਐਸਟ ਕਰ ਸਕਦਾ ਹੈ। ਸੇਮ ਹੀ ਪ੍ਰੋਸੀਜਰ ਉੱਤੇ ਲਾਗੂ ਹੁੰਦਾ ਹੈ, ਠੀਕ ਹੈ। ਮੈਜਿਸਟ੍ਰੇਟ ਡਾਇਰੈਕਸ਼ਨ ਦੇ ਸਕਦੇ ਨੇ ਕਿਸੇ ਪੁਲਿਸ ਉਸ ਨੂੰ ਮੈਡੀਕਲ ਅਥਾਰਟੀਜ਼ ਨੂੰ ਜਿਹਦਾ ਮੈਡੀਕਲ ਕਰਵਾਇਆ ਜਾਵੇ। 55 ਦੇ ਵਿੱਚ ਕੀ ਹੈ ਪ੍ਰੋਸੀਜਰ ਵੈਨ ਪੁਲਿਸ ਆਫੀਸਰ ਡਿਪਿਊਟਸ ਸਬਆਰਡੀਨੇਟ ਟੂ ਅਰੈਸਟ ਵਿਦਆਊਟ ਵਾਰੰਟ। ਜੇ ਕਿਸੇ ਪੁਲਿਸ ਆਫੀਸਰ ਆਪਦੇ ਸਬਆਰਡੀਨੇਟ ਨੂੰ ਵੀ ਆਰਡਰ ਕਰ ਸਕਦਾ ਹੈ, ਪਰ ਇਹ ਆਰਡਰ ਜਿਹੜੇ ਹੋਣਗੇ ਰਾਈਟਿੰਗ ਦੇ ਵਿੱਚ ਹੁੰਦੇ ਨੇ। ਜਿੱਥੇ ਕਿਤੇ ਪੁਲਿਸ ਆਫੀਸਰ ਕੰਪੀਟੈਂਟ ਪੁਲਿਸ ਆਫੀਸਰ ਦਾ ਕੋਈ ਅਥਾਰਟੀ ਹੁੰਦੀ ਹੈ ਵੀ ਬਿਲੋ ਦਾ ਰੈਂਕ ਉਹਦਾ ਸਬ ਇੰਸਪੈਕਟਰ ਜਾਂ ਇੰਸਪੈਕਟਰ ਵੀ ਅਰੈਸਟ ਨਹੀਂ ਕਰ ਸਕਦਾ, ਪਰ ਉੱਥੇ ਜੇ ਕੋਈ ਹਾਇਰ ਆਫੀਸਰ ਹੈਗਾ ਉਹ ਆਪਣੇ ਸਬਆਰਡੀਨੇਟ ਨੂੰ ਵੀ ਆਰਡਰ ਕਰਕੇ ਇੰਡੋਰਸਮੈਂਟ ਲਗਾ ਕੇ ਮਤਲਬ ਕਿ ਕਿਸੇ ਵਿਅਕਤੀ ਨੂੰ ਅਰੈਸਟ ਕਰਨ ਦੇ ਲਈ ਆਰਡਰ ਕਰ ਸਕਦਾ ਹੈ। ਪਰਸਨ ਅਰੈਸਟਡ ਟੂ ਬੀ ਟੇਕਨ ਬਿਫੋਰ ਦਾ ਮੈਜਿਸਟ੍ਰੇਟ ਔਰ ਆਫੀਸਰ ਇਨ ਚਾਰਜ ਆਫ ਦਾ ਪੁਲਿਸ ਸਟੇਸ਼ਨ। ਜਦੋਂ ਵਿਅਕਤੀ ਨੂੰ ਕਿਸੇ ਨੂੰ ਅਰੈਸਟ ਕਰ ਲਿਆ ਜਾਂਦਾ ਹੈ, ਠੀਕ ਹੈ, ਤਾਂ ਉਹਨੂੰ ਥਾਣੇ 'ਚ ਲੈ ਕੇ ਆਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ 24 ਆਵਰ ਦੇ ਅੰਦਰ ਜਿਹੜਾ ਹੈਗਾ ਮੈਜਿਸਟ੍ਰੇਟ ਦੇ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਉਸ ਨੂੰ। ਪਰਸਨਸ ਅਰੈਸਟਡ ਨਾਟ ਟੂ ਬੀ ਡਿਟੇਨਡ ਮੋਰ ਦੈਨ 24 ਆਵਰਸ। 58 ਪੁਲਿਸ ਟੂ ਰਿਪੋਰਟ ਐਪਰੀਹੈਂਸ਼ਨ। ਜਦੋਂ ਕੋਈ ਇੱਦਾਂ ਦੀ ਅਰੈਸਟ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਤਾਂ ਇਹਦੀ ਜਿਹੜੀ ਰਿਪੋਰਟ ਹੈਗੀ ਉਹ ਨਾਲ ਦੀ ਨਾਲ ਇਲਾਕਾ ਜਿਹੜਾ ਐਸਡੀਐਮ ਹੁੰਦਾ ਹੈ, ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ, ਉਹਨੂੰ ਰਿਪੋਰਟ ਭੇਜੀ ਜਾਂਦੀ ਹੈ ਪੁਲਿਸ ਵੱਲੋਂ। ਡਿਸਚਾਰਜ ਆਫ ਪਰਸਨ ਐਪਰੀਹੈਂਡਡ 59 ਹੈਗਾ ਜੀ। ਨੋ ਪਰਸਨ ਹੂ ਹੈਜ਼ ਬੀਨ ਅਰੈਸਟਡ ਬਾਈ ਪੁਲਿਸ ਆਫੀਸਰ ਸ਼ੈਲ ਬੀ ਡਿਸਚਾਰਜ ਐਕਸੈਪਟ ਔਨ ਹਿਜ਼ ਓਨ ਬੌਂਡ। ਜਦੋਂ ਕਿਸੇ ਵਿਅਕਤੀ ਨੇ ਪਕੜ ਲਿਆ, ਅਰੈਸਟ ਕਰ ਲਿਆ, ਤਾਂ ਫਿਰ ਜਾਂ ਤਾਂ ਉਹ ਤੋਂ ਬੌਂਡ ਲਿਆ ਜਾਂਦਾ ਹੈ ਔਰ ਬੇਲ ਲਈ ਜਾਂਦੀ ਹੈ ਔਰ ਸ਼ੋਰਟੀ ਵੀ ਲਈ ਜਾ ਸਕਦੀ ਹੈ ਅੰਡਰ ਦਾ ਸਪੈਸ਼ਲ ਆਰਡਰ ਆਫ ਦਾ ਮੈਜਿਸਟ੍ਰੇਟ। ਅਦਰਵਾਈਜ਼ ਰਿਲੀਜ਼ ਨਹੀਂ ਕੀਤਾ ਜਾਂਦਾ। ਪਾਵਰ ਔਨ ਐਸਕੇਪ ਟੂ ਪਰਸੂ ਐਂਡ ਰੀਟੇਕ। If a person in lawful custody escapes or is rescued, the person from whose custody he escaped or was rescued may immediately, ਜਿਸ ਬੰਦੇ ਨੇ ਉਸ ਨੂੰ ਅਰੈਸਟ ਕੀਤਾ ਹੈ ਸੀ, ਪਕੜਿਆ ਹੋਇਆ ਸੀ, ਜੇ ਕੋਈ ਬੰਦਾ ਛੁਡਾ ਕੇ ਭੱਜ ਗਿਆ, ਠੀਕ ਹੈ, ਤਾਂ ਪਰਸੂ ਐਂਡ ਅਰੈਸਟ ਹਿਮ ਇਨ ਐਨੀ ਪਲੇਸ ਇਨ ਇੰਡੀਆ, ਤਾਂ ਦੌੜ ਜਾਂਦਾ ਹੈਗਾ ਤਾਂ ਉੱਥੇ ਫਿਰ ਜਿਹੜੇ ਹੈਗੇ
ਉਸ ਨੂੰ ਉਹਦੇ ਮਗਰ ਜਿਹੜੇ ਬੰਦੇ ਨੇ ਪਕੜਿਆ ਹੋਇਆ ਸੀ ਉਹ ਜਾ ਕੇ ਉਹਨੂੰ ਦੌੜ ਕੇ ਕਿਤੇ ਵੀ ਜਾ ਕੇ ਅਰੈਸਟ ਕਰ ਸਕਦਾ ਇੰਡੀਆ ਦੇ ਵਿੱਚ। ਨੈਕਸਟ ਚੈਪਟਰ ਆ ਗਿਆ ਜੀ ਪ੍ਰੋਸੈਸ ਟੂ ਕੰਪੈਲ ਅਪੀਅਰੈਂਸ ਸਮਨਿੰਗ। ਕਿਸੇ ਵਿਅਕਤੀ ਨੂੰ ਅਰੈਸਟ ਕਰਨਾ ਜਾਂ ਉਹਨੂੰ ਕੋਰਟ ਦੇ ਵਿੱਚ ਬੁਲਾਉਣਾ ਹੈਗਾ ਤਾਂ ਸਮਨ ਦੇ ਰਾਹੀਂ ਸਮਨ ਭੇਜ ਕੇ ਵੀ ਬੁਲਾਇਆ ਜਾ ਸਕਦਾ ਹੈ। ਫਾਰਮ ਆਫ ਸਮਨ ਕੀ ਹੁੰਦਾ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ। ਸਮਨ ਕੋਰਟ ਦਾ ਨਾਮ ਲਿਖਿਆ ਜਾਂਦਾ ਹੈ, ਠੀਕ ਹੈ, ਸਾਈਨ ਕੀਤੇ ਜਾਂਦੇ ਜੱਜ ਦੇ, ਵਿਅਕਤੀ ਦੇ ਨਾਮ, ਜਿਸ ਦੇ ਨਾਮ ਤੇ ਸਮਨ ਜਾਰੀ ਹੁੰਦਾ ਉਹਦਾ ਨਾਮ ਵਗੈਰਾ ਸਾਰਾ ਪਾਰਟੀਕੂਲਰ ਲਿਖ ਕੇ ਸਮਨ ਜਾਰੀ ਕੀਤੇ ਜਾਂਦੇ ਨੇ। ਸਮਨ ਹਾਊ ਸਰਵਡ, ਸਮਨ ਕਿਵੇਂ ਜਾਰੀ ਕੀਤਾ ਜਾਂਦਾ ਹੈ? ਸਮਨ ਪੁਲਿਸ ਆਫੀਸਰ ਲੈ ਕੇ ਜਾਂਦੇ ਕੋਰਟ ਦੇ ਜਿਹੜੇ ਪੁਲਿਸ ਆਫੀਸਰ ਭਾਈ ਆਫੀਸਰ ਉਹਦਾ ਕੋਰਟ ਜਾਂ ਕੋਰਟ ਕਿਸੇ ਆਫੀਸਰ ਨੂੰ ਜਿਹੜੇ ਪ੍ਰੋਸੈਸ ਸਰਵਰ ਵਗੈਰਾ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਭੇਜਿਆ ਜਾ ਸਕਦਾ ਹੈ ਜਾਂ ਫਿਰ ਪੁਲਿਸ ਆਫੀਸਰ ਜਾਂਦੇ ਆ ਕਿਸੇ ਵਿਅਕਤੀ ਨੂੰ ਅਰੈਸਟ ਕਰਨ ਦੀ ਖਾਤਰ ਸਮਨ ਲੈ ਕੇ। The summon shall if practicably served personally on the person, ਜਿਸ ਤੱਕ ਹੋ ਸਕੇ ਜਿਹੜਾ ਸਮਨ ਹੈਗਾ ਜਿਹੜਾ ਇਹ ਕ੍ਰਿਮੀਨਲ ਕੋਡ ਦੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਪਰਸਨਲੀ ਬੰਦੇ ਨੂੰ ਮਤਲਬ ਕਿ ਪਰਸਨਲੀ ਦਿੱਤਾ ਜਾਂਦਾ ਹੈ। ਡੁਪਲੀਕੇਟ ਕਾਪੀ ਹੁੰਦੀ ਹੈ, ਕਾਪੀ ਦੇ ਸਾਈਨ ਕਰਾ ਲਏ ਜਾਂਦੇ ਨੇ। ਸਾਈਨ ਰਿਸੀਟ ਦੇਅਰ ਆਫ ਔਨ ਦਾ ਬੈਕ। ਜੇ ਕੋਈ ਕਾਰਪੋਰੇਟ ਬੋਡੀ ਵਗੈਰਾ ਹੋਵੇ ਤਾਂ ਜਿਹੜੇ ਉਹਦੇ ਸੈਕਟਰੀ ਹੁੰਦੇ ਆ, ਠੀਕ ਹੈ ਜੀ, ਸਮਨ ਉਹਨੂੰ ਸੈਕਟਰੀ ਵਗੈਰਾ ਨੂੰ ਦਿੱਤਾ ਜਾਂਦਾ ਹੈ। 64 ਚ ਕਿਹਾ ਗਿਆ ਸਰਵਿਸ ਵੈਨ ਪਰਸਨ ਸਮਨਡ ਕੈਨ ਨਾਟ ਬੀ ਫਾਊਂਡ। ਜਿੱਥੇ ਪਰਸਨ ਜਿਹੜਾ ਹੈਗਾ ਉਹ ਨਾ ਲੱਭੇ ਕਿਤੇ ਤਾਂ ਜਿਹੜਾ ਸਮਨ ਹੈਗਾ ਉਸ ਫੈਮਿਲੀ ਦੇ, ਇਹ ਮੇਰੇ ਖਿਆਲ ਅਮੈਂਡਮੈਂਟ ਹੋਣੀ ਚਾਹੀਦੀ ਹੈ। ਅਡਲਟ ਮੇਲ ਮੈਂਬਰ ਲਿਖਿਆ ਗਿਆ ਹੈਗਾ, ਜਿਵੇਂ ਸਿਵਲ ਲਾਅ ਦੇ ਵਿੱਚ ਤਾਂ ਅਮੈਂਡਮੈਂਟ ਹੋ ਚੁੱਕੀ ਹੈ। ਅਡਲਟ ਮੈਂਬਰ ਮੇ ਬੀ ਮੇਲ ਔਰ ਫੀਮੇਲ, ਉਹਨੂੰ ਸਮਨ ਜਾਰੀ ਦਿੱਤਾ ਜਾ ਸਕਦਾ ਹੈਗਾ। 65 ਚ ਕਿਹਾ ਗਿਆ ਪ੍ਰੋਸੀਜਰ ਵੈਨ ਸਰਵਿਸ ਕੈਨ ਨਾਟ ਬੀ ਅਫੈਕਟਡ ਐਜ਼ ਬਿਫੋਰ ਦਾ ਪ੍ਰੋਵਾਈਡਡ। ਜੇ ਉੱਪਰਲੇ ਜਿਹੜੇ ਤਰੀਕੇ ਹੈਗੇ ਆ, ਨਾ ਬੰਦਾ ਆਪ ਮਿਲੇ, ਨਾ ਉਹਦਾ ਫੈਮਿਲੀ ਮੈਂਬਰ ਕੋਈ ਲਵੇ, ਨਾ ਕੋਈ ਉਹਦਾ ਘਰ ਲੱਭੇ, ਤਾਂ ਉਹਦਾ ਜਿਹੜਾ ਸਮਨ ਹੈਗਾ ਉਹ ਕਿਸੇ ਕੌਂਸਪੀਕਸ ਪਲੇਸ ਦੇ ਉੱਪਰ ਜਿਹੜਾ ਹੈ ਪੇਸ਼ ਕੀਤਾ ਜਾ ਸਕਦਾ ਹੈ। ਜੇ ਕੋਈ ਗਵਰਨਮੈਂਟ EMPLOYE ਹੋਵੇ ਉਹਨੂੰ ਸਮਨ ਦੇਣਾ ਹੋਵੇ ਤਾਂ ਉਹਦੇ ਹੈਡ ਆਫ ਦੀ ਡਿਪਾਰਟਮੈਂਟ ਨੂੰ ਸਮਨ ਦਿੱਤਾ ਜਾ ਸਕਦਾ ਹੈ। 66 ਦੇ ਵਿੱਚ ਦੱਸਿਆ। 67 ਚ ਕਿਹਾ ਗਿਆ ਸਰਵਿਸ ਆਫ ਸਮਨ ਆਊਟਸਾਈਡ ਲੋਕਲ ਲਿਮਟ। ਜੇ ਕੋਈ ਕੋਰਟ ਦੀ ਆਪਣੀ ਜੁਰਿਸਡਿਕਸ਼ਨ ਤੋਂ ਬਾਹਰ ਕਿਸੇ ਹੋਰ ਕੋਰਟ ਦੀ ਜੁਰਿਸਡਿਕਸ਼ਨ ਦੇ ਵਿੱਚ ਕੋਈ ਸਮਨ ਦੇਣਾ ਹੈਗਾ ਤਾਂ ਉਸ ਕੋਰਟ ਨੂੰ ਜਿਹੜਾ ਸਮਨ ਹੈ ਭੇਜਿਆ ਜਾ ਸਕਦਾ। ਉਸ ਕੋਰਟ ਵੱਲੋਂ ਕੰਸਰਨਡ ਜਿਹਦੀ ਜੁਰਿਸਡਿਕਸ਼ਨ ਦੇ ਵਿੱਚ ਜਿਹੜਾ ਅਫੈਂਡਰ ਹੈਗਾ ਜਾਂ ਜਿਹਨੂੰ ਸਮਨਿੰਗ ਕਰਨੀ ਹੈ ਉਹ ਕੋਰਟ ਵੱਲੋਂ ਸਮਨਿੰਗ ਕਰਾਈ ਜਾਂਦੀ ਹੈ। ਪ੍ਰੂਫ ਆਫ ਸਰਵਿਸ ਇਨ ਸੱਚ ਕੇਸਸ ਐਂਡ ਵੈਨ ਸਰਵਿਸ ਆਫੀਸਰ ਨਾਟ ਪ੍ਰੈਜ਼ੈਂਟ। ਜਦੋਂ ਇੱਦਾਂ ਦੇ ਕੇਸਾਂ ਦੇ ਵਿੱਚ ਕਿਸੇ ਵਿਅਕਤੀ ਨੇ ਜਾ ਕੇ ਸਮਨਿੰਗ ਕਰਵਾਈ ਹੈ, ਕਿਸੇ ਆਫੀਸਰ ਨੇ ਸਮਨਿੰਗ ਕਰਵਾਈ ਹੈ, ਠੀਕ ਹੈ, ਤਾਂ ਉਹ ਨਾਲ ਆਪਦਾ ਲਿਖ ਕੇ ਭੇਜਦਾ, ਐਂਡੋਰਸਮੈਂਟ ਲਗਾ ਕੇ ਭੇਜਦਾ ਤੇ ਨਾਲ ਹੀ ਐਫੀਡੇਵਿਟ ਦੀ ਸ਼ੇਪ ਦੇ ਵਿੱਚ ਲਿਖ ਕੇ ਭੇਜਦਾ ਵੀ ਇਹ ਜਿਹੜੀ ਪ੍ਰੋਪਰ ਸਮਨਿੰਗ ਹੋ ਚੁੱਕੀ ਹੈ। ਸਰਵਿਸ ਆਫ ਸਮਨਸ ਔਨ ਵਿਟਨੈਸ ਬਾਈ ਪੋਸਟ। ਜੇ ਕਿਸੇ ਵਿਟਨੈਸ ਨੂੰ ਬੁਲਾਉਣਾ ਹੋਵੇ ਤਾਂ ਉਹਦੀ ਜਿਹੜੀ ਸਰਵਿਸ ਹੈਗਾ ਬਾਈ ਪੋਸਟ ਵੀ ਕਰਵਾਈ ਜਾ ਸਕਦੀ ਹੈ। ਵਾਰੰਟ ਆਫ ਅਰੈਸਟ ਸੈਕਸ਼ਨ 70। ਵਾਰੰਟ ਆਫ ਅਰੈਸਟ ਇਹਦਾ ਕੀ ਹੈ? ਫਾਰਮ ਆਫ ਵਾਰੰਟ ਆਫ ਅਰੈਸਟ ਐਂਡ ਡਿਊਰੇਸ਼ਨ। ਫਾਰਮ ਦਾ ਪਤਾ ਹੀ ਹੁੰਦਾ ਆਪਾਂ ਨੂੰ, ਨਾਮ ਤੇ ਵਗੈਰਾ, ਕੋਰਟ ਦਾ ਨਾਮ ਵਗੈਰਾ, ਜਿਸ ਵਿਅਕਤੀ ਦੇ ਨਾਲ ਜਾਰੀ ਕੀਤਾ ਜਾਂਦਾ ਉਹ ਸਾਰਾ ਕੁਝ ਲਿਖਿਆ ਜਾਂਦਾ, ਪਾਰਟੀਕੂਲਰ ਲਿਖੇ ਜਾਂਦੇ ਨੇ, ਠੀਕ ਹੈ, ਮੋਹਰ ਲਗਾਈ ਜਾਂਦੀ ਹੈ। ਜਦੋਂ ਤੱਕ ਇਹ ਜਿਹੜਾ ਵਾਰੰਟ ਹੈਗਾ ਕੈਂਸਲ ਨਹੀਂ ਕੀਤਾ ਗਿਆ ਹੁੰਦਾ ਉਦੋਂ ਤੱਕ ਇਹ ਜਿਹੜਾ ਰਹਿੰਦਾ ਜਿਹੜਾ ਵਾਰੰਟ ਹੈਗਾ ਇਨਫੋਰਸ ਰਹਿੰਦਾ ਹੈ। ਰਿਮੇਨ ਇਨਫੋਰਸ ਅੰਟਿਲ ਇਟ ਇਜ਼ ਕੈਂਸਲਡ ਬਾਈ ਦਾ ਕੋਰਟ ਵਿਚ ਇਸ਼ੂਡ ਇਟ ਔਰ ਅੰਟਿਲ ਇਟ ਇਜ਼ ਐਗਜ਼ੀਕਿਊਟਡ। ਜਾਂ ਜਦੋਂ ਤੱਕ ਬੰਦਾ ਅਰੈਸਟ ਕਰ ਲਿਆ ਉਦੋਂ ਵਾਰੰਟ ਜਿਹੜਾ ਹੈਗਾ ਕੰਪਲੀਟ ਹੋ ਗਿਆ, ਜਾਂ ਜਦੋਂ ਤੱਕ ਵਾਰੰਟ ਕੈਂਸਲ ਨਹੀਂ ਕੀਤਾ ਗਿਆ ਉਦੋਂ ਤੱਕ ਜਿਹੜਾ ਵਾਰੰਟ ਹੈਗਾ ਇਨਫੋਰਸ ਰਹਿੰਦਾ ਹੈ। 71 ਚ ਹੈ ਪਾਵਰ ਟੂ ਡਾਇਰੈਕਟ ਸਿਕਿਉਰਿਟੀ ਟੂ ਬੀ ਟੇਕਨ। Officer to whom the warrant is directed shall take such security shall release such person। ਜਿਹੜੇ ਵਾਰੰਟ ਜਾਰੀ ਕੀਤੇ ਜਾਂਦੇ ਨੇ ਉੱਥੇ ਕਈ ਵਾਰ ਕੋਰਟ ਵੱਲੋਂ ਲਿਖਿਆ ਜਾਂਦਾ ਵੀ ਜੇ ਜਿਹੜਾ ਵਿਅਕਤੀ ਹੈਗਾ ਜਿਹਦੇ ਨਾਂ ਤੇ ਵਾਰੰਟ ਜਾਰੀ ਹੋਇਆ ਜੇ ਉਹ ਸਿਕਿਉਰਿਟੀ ਦਿੰਦਾ ਹੈ, ਠੀਕ ਹੈ, ਤਾਂ ਉਹਨੂੰ ਰਿਲੀਜ਼ ਕਰ ਦਿੱਤਾ ਜਾਵੇ ਉਸੇ ਵੇਲੇ। ਦਾ shall release such person from the custody। ਦਾ ਜਿਹੜਾ ਪੁਲਿਸ ਆਫੀਸਰ ਹੈਗਾ ਉਹੀ ਸਿਕਿਉਰਿਟੀ ਲੈ ਕੇ ਜਿਹੜਾ ਵਿਅਕਤੀ ਹੈਗਾ ਜਿਹਦੇ ਨਾਂ ਤੇ ਵਾਰੰਟ ਜਾਰੀ ਹੋਇਆ ਹੁੰਦਾ ਉਹਨੂੰ ਰਿਲੀਜ਼ ਕਰ ਸਕਦਾ ਹੈ। ਦਾ endorsement shall state ਨੰਬਰ ਆਫ ਦਾ ਸ਼ੋਰਟੀ, ਕਿਹੜੇ ਛੋਟੀ ਕਿਹਨਾਂ ਨੇ ਛੋਟੀ ਦਿੱਤੀ ਹੈ ਉਸ ਵਿਅਕਤੀ ਦੀ ਤੇ ਕਿੰਨੇ ਪੈਸੇ ਦੀ ਛੋਟੀ ਲਈ ਹੈ, 10,000 ਦੀ ਲਈ ਹੈ, 5,000 ਦੀ ਲਈ ਹੈ, 20,000 ਦੀ ਲਈ ਹੈ, ਠੀਕ ਹੈ, ਉਹ ਅਮਾਊਂਟ ਦਰਸਾ ਕੇ ਜਿਹੜੀ ਸਿਕਿਉਰਿਟੀ ਹੈ ਜਿਹੜਾ ਸਮਨ ਹੈ ਵਾਪਸ ਕੋਰਟ ਨੂੰ ਭੇਜ ਦਿੱਤਾ ਜਾਂਦਾ ਹੈ। ਵਾਰੰਟ ਟੂ whom directed ਜਨਰਲੀ ਤੌਰ ਤੇ ਜਿਹੜਾ ਵਾਰੰਟ ਹੈਗਾ, ਠੀਕ ਹੈ, ਇੱਕ ਪੁਲਿਸ ਆਫੀਸਰ ਨੂੰ ਭੇਜਿਆ ਜਾਂਦਾ ਹੈ, ਪਰ ਜੇ ਕਿਤੇ ਕਿਸੇ ਵਿਅਕਤੀ ਦੀ ਖੋਜ ਕਰਨੀ ਹੋਵੇ ਆਸੇ ਪਾਸੇ ਤਾਂ ਜਿਹੜਾ ਵਾਰੰਟ ਹੈਗਾ
ਉਹ 1 ਔਰ ਮੋਰ ਪੁਲਿਸ ਆਫੀਸਰ ਨੂੰ ਵੀ ਜਾਰੀ ਕੀਤਾ ਜਾ ਸਕਦਾ ਹੈ। ਇੱਕ ਵਿਅਕਤੀ ਨੂੰ ਅਰੈਸਟ ਕਰਨ ਦੀ ਖਾਤਰ ਕਈ ਪੁਲਿਸ ਅਫਸਰਾਂ ਨੂੰ ਵੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। Warrant directed to the police officer. A warrant directed to any police officer may also be executed by any other police officer. ਜੇ ਕਿਸੇ ਇੱਕ ਆਫੀਸਰ ਦੇ ਨਾਲ ਜਾਰੀ ਕੀਤਾ ਗਿਆ ਤੇ ਦੂਜੇ ਪੁਲਿਸ ਆਫੀਸਰ ਵੱਲੋਂ ਵੀ whose name is endorsement ਲਗਾ ਕੇ ਜਿਹੜਾ ਸੀਨੀਅਰ ਆਫੀਸਰ ਕੋਈ ਹੈਗਾ ਤੇ ਆਪਣੇ ਕਿਸੇ ਸਬਆਰਡੀਨੇਟ ਨੂੰ ਵੀ ਕਿਸੇ ਹੋਰ ਨੂੰ ਵੀ ਜਿਹੜਾ ਹੈਗਾ ਰਿਪੋਰਟ ਕਰ ਸਕਦਾ ਹੈ ਇਸ ਵਿਅਕਤੀ ਦੇ ਨਾਂ ਤੇ ਵਾਰੰਟ ਜਾਰੀ ਕੀਤਾ ਗਿਆ, ਇਸ ਨੂੰ ਅਰੈਸਟ ਕਰੋ। ਪਰਸਨ ਅਰੈਸਟਡ ਟੂ ਬੀ ਬ੍ਰੌਟ ਬਿਫੋਰ ਦਾ ਕੋਰਟ ਵਿਦਆਊਟ ਡਿਲੇ। ਜਿਹੜੇ ਜਦੋਂ ਵਿਅਕਤੀ ਨੂੰ ਕਿਸੇ ਨੂੰ ਅਰੈਸਟ ਕਰ ਲਿਆ, ਠੀਕ ਹੈ, ਉਹਨੂੰ ਬਿਨਾਂ ਕਿਸੇ ਡਿਲੇ ਤੋਂ ਜਿਹੜਾ ਅਨਸੈਸਰੀ ਡਿਲੇ ਨਾ ਕੀਤੀ ਜਾਵੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। 24 ਆਵਰ 24 ਘੰਟੇ ਦੇ ਅੰਦਰ ਅੰਦਰ ਅਸੀਂ ਸਭ ਨੂੰ ਜਵਾਨੀ ਪਤਾ ਇਸ ਗੱਲ ਦਾ ਵੀ 24 ਘੰਟੇ ਦੇ ਅੰਦਰ ਅੰਦਰ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ। ਵੇਅਰ ਵਾਰੰਟ ਮੇ ਬੀ ਐਗਜ਼ੀਕਿਊਟਡ। ਅ ਵਾਰੰਟ ਆਫ ਅਰੈਸਟ ਮੇ ਬੀ ਐਗਜ਼ੀਕਿਊਟਡ ਐਟ ਐਨੀ ਪਲੇਸ ਇਨ ਇੰਡੀਆ। ਇੰਡੀਆ ਦੇ ਕਿਸੇ ਵੀ ਪਲੇਸ ਤੇ ਜਿਹੜਾ ਵਾਰੰਟ ਹੈਗਾ ਕਿਸੇ ਕੋਰਟ ਵੱਲੋਂ ਜਾਰੀ ਕੀਤਾ ਗਿਆ ਐਗਜ਼ੀਕਿਊਟ ਕੀਤਾ ਜਾ ਸਕਦਾ ਹੈ। ਵਾਰੰਟ ਫਾਰਵਰਡਡ ਫਾਰ ਦਾ ਐਗਜ਼ੀਕਿਊਸ਼ਨ ਆਊਟਸਾਈਡ ਜੁਰਿਸਡਿਕਸ਼ਨ। ਇੱਦਾਂ ਹੀ ਹੈਗਾ ਵੀ ਜੇ ਕੋਈ ਵਾਰੰਟ ਹੈਗਾ ਕਿਸੇ ਹੋਰ ਕੋਰਟ ਦੀ ਜੁਰਿਸਡਿਕਸ਼ਨ ਦੇ ਵਿੱਚ ਵਿਅਕਤੀ ਰਹਿੰਦਾ ਜਿਹਨੂੰ ਅਰੈਸਟ ਕਰਨਾ ਹੈਗਾ, ਉਸ ਕੋਰਟ ਨੂੰ ਵੀ ਜਿਹੜਾ ਵਾਰੰਟ ਹੈਗਾ ਫਾਰਵਰਡ ਕੀਤਾ ਜਾ ਸਕਦਾ ਹੈ ਤਾਂ ਕਿ ਜਿਹੜਾ ਉਹਦੇ ਆਫੀਸਰ ਹੈਗੇ ਨੇ ਕੰਸਰਨਡ ਕੋਰਟ ਜਿੱਥੇ ਵਿਅਕਤੀ ਰਹਿੰਦਾ ਹੈਗਾ ਉਹਦੇ ਰਾਹੀਂ ਵਾਰੰਟ ਦੀ ਐਗਜ਼ੀਕਿਊਸ਼ਨ ਕੀਤੀ ਜਾ ਸਕੇ। 79 ਚ ਵਾਰੰਟ ਡਾਇਰੈਕਟਡ ਟੂ ਪੁਲਿਸ ਆਫੀਸਰ ਫਾਰ ਦਾ ਐਗਜ਼ੀਕਿਊਸ਼ਨ ਆਊਟਸਾਈਡ ਜੁਰਿਸਡਿਕਸ਼ਨ। When a warrant directed to a police officer is to be executed beyond the local jurisdiction of the court issuing the same, he shall ordinarily take it for the endorsement either to an adjunct magistrate। ਜਦੋਂ ਕੋਈ ਪੁਲਿਸ ਆਫੀਸਰ ਨੂੰ ਕਿਸੇ ਕੋਰਟ ਨੇ ਵਾਰੰਟ ਜਾਰੀ ਕੀਤਾ ਹੈ ਤੇ ਉਹ ਜਿਹੜਾ ਵਾਰੰਟ ਜਾ ਕੇ ਐਗਜ਼ੀਕਿਊਟ ਹੋਣਾ ਹੈ ਉਹ ਕਿਸੇ ਹੋਰ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਏਰੀਆ, ਤਾਂ ਜਿਹੜਾ ਪੁਲਿਸ ਆਫੀਸਰ ਵਾਰੰਟ ਲੈ ਕੇ ਜਾਂਦਾ ਹੈ ਤਾਂ ਉਸ ਏਰੀਏ ਦੇ ਐਡਜੰਕਟ ਮੈਜਿਸਟਰੇਟ ਨੂੰ ਜਾਂ ਕੰਸਰਨ ਥਾਣੇ SHO ਨੂੰ ਜਾ ਕੇ ਮਿਲੇਗਾ, ਉੱਥੋਂ ਐਂਡੋਰਸਮੈਂਟ ਲਗਾ ਕੇ ਜਿਹੜਾ ਵਾਰੰਟ ਹੈਗਾ ਅੱਗੇ ਐਗਜ਼ੀਕਿਊਟ ਹੁੰਦਾ ਹੈ। ਯਾਨੀ ਕਿ ਜੇ ਜ਼ਰੂਰਤ ਪਵੇ ਤਾਂ ਜਿਹੜਾ ਲੋਕਲ ਪੁਲਿਸ ਆਫੀਸਰ ਹੈਗਾ ਉਸ ਥਾਣੇ ਦਾ ਜਿਹੜਾ ਕੋਈ ਅਧਿਕਾਰੀ ਹੈਗਾ, ਠੀਕ ਹੈ, ਉਹਦੀ ਵੀ ਡਿਊਟੀ ਲਗਾਈ ਜਾ ਸਕਦੀ ਹੈ ਉਹਦੀ ਹੈਲਪ ਕਰਨ ਵਾਸਤੇ। ਪਰ ਜਿੱਥੇ ਕਿਤੇ ਜ਼ਰੂਰਤ ਸਮਝੇ ਹੋ ਵੀ ਜੇ ਮੈਂ ਇੱਥੇ ਥਾਣੇ ਦੇ ਵਿੱਚ ਜ਼ਿਆਦਾ ਮਤਲਬ ਕਿ ਰੌਲਾ ਪੈਣ ਦੀ ਸੰਭਾਵਨਾ ਹੈਗੀ ਹੈ, ਡਾਇਰੈਕਟਲੀ ਤੌਰ ਤੇ ਜਾ ਕੇ ਵੀ ਜਿਹੜਾ ਵਿਅਕਤੀ ਨੂੰ ਅਰੈਸਟ ਕੀਤਾ ਜਾ ਸਕਦਾ ਹੁੰਦਾ, ਇਹ ਵੀ ਪ੍ਰੋਵੀਜ਼ਨ ਹੈਗੀ ਨਾਲ। ਸੈਕਸ਼ਨ 80 ਚ ਕੀ ਗਿਆ ਪ੍ਰੋਸੀਜਰ ਆਫ ਅਰੈਸਟ ਆਫ ਪਰਸਨ ਅਗੇਂਸਟ ਹੋਮ ਵਾਰੰਟ ਇਸ਼ੂਡ। ਇੱਥੇ ਕਿਹਾ ਗਿਆ ਵੀ ਜੇ ਇੱਕ 30 ਕਿਲੋਮੀਟਰ ਦੇ ਅੰਦਰ ਅੰਦਰ ਜਿਹੜੀ ਕੋਰਟ ਨੇ ਵਾਰੰਟ ਜਾਰੀ ਕੀਤਾ ਹੈ, ਜੇਕਰ 30 ਕਿਲੋਮੀਟਰ ਦੇ ਅੰਦਰ ਅੰਦਰ ਜੇ ਅਧਿਕਾਰ ਖੇਤਰ ਤੋਂ ਬਾਹਰ ਹੈ, ਕੋਰਟ ਦੇ ਅਧਿਕਾਰ ਖੇਤਰ ਤੋਂ ਅਦਰਵਾਈਜ਼ ਤਾਂ ਬਾਹਰ ਹੈ ਉਹ ਏਰੀਆ, ਪਰ ਫਿਰ ਵੀ ਉਹਦੀ ਜਿਹੜੀ ਲੈਂਥ ਹੈਗੀ ਹੈ ਮਤਲਬ ਕਿ 30 ਕਿਲੋਮੀਟਰ ਦੇ ਤੋਂ ਬਾਹਰ ਹੈਗਾ, ਜੇਕਰ ਉਹ ਕੋਰਟ ਜਿਸ ਕੋਰਟ ਨੇ ਵਾਰੰਟ ਜਾਰੀ ਕੀਤਾ 30 ਕਿਲੋਮੀਟਰ ਦੇ ਅੰਦਰ ਅੰਦਰ ਪੈਂਦੀ ਹੈ, ਫਿਰ ਤਾਂ ਉਹ ਜਿਹੜਾ ਵਿਅਕਤੀ ਨੂੰ ਅਰੈਸਟ ਕੀਤਾ ਉਹ ਉਸੇ ਸੇਮ ਕੋਰਟ ਦੇ ਵਿੱਚ ਲੈ ਕੇ ਪੇਸ਼ ਕਰੇਗਾ। ਪਰ ਜੇਕਰ ਜਿਹੜੀ ਕੋਰਟ ਹੈ ਉਹ 30 ਕਿਲੋਮੀਟਰ ਦੇ ਤੋਂ ਦੂਰ ਰੇਡੀਅਸ ਤੋਂ ਦੂਰ ਪੈਂਦੀ ਹੈ, ਠੀਕ ਹੈ, ਤਾਂ ਉੱਥੇ ਤੇ ਜਿੱਥੇ ਉਹ ਵਿਅਕਤੀ ਨੂੰ ਅਰੈਸਟ ਕੀਤਾ ਹੈਗਾ ਉੱਥੇ ਜਿਹੜਾ ਮੈਜਿਸਟਰੇਟ ਹੈਗਾ, ਡਿਸਟ੍ਰਿਕਟ ਮੈਜਿਸਟਰੇਟ ਹੈ, ਮੈਜਿਸਟਰੇਟ ਹੈਗਾ ਜਾਂ ਪੁਲਿਸ ਕਮਿਸ਼ਨਰ ਹੈਗਾ, SSP ਵਗੈਰਾ ਦੇ ਪੇਸ਼ ਕੀਤਾ ਜਾ ਸਕਦਾ ਉਸ ਵਿਅਕਤੀ ਨੂੰ ਪਹਿਲਾਂ, ਜਿੱਥੇ ਸਮਾਂ ਲੱਗਦਾ ਹੋਵੇ ਵੀ ਪੁਲਿਸ ਆਫਿਸਰ ਨੂੰ ਲੱਗਦਾ ਵੀ ਸਮਾਂ ਲੱਗੇਗਾ ਮੈਨੂੰ ਕੋਰਟ 'ਚ ਲੈ ਕੇ ਜਾਣ ਦੇ ਲਈ, ਇਸ ਕਰਕੇ ਉੱਥੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਫਿਰ ਪ੍ਰੋਸੀਜਰ ਬਾਈ ਮੈਜਿਸਟਰੇਟ ਬਿਫੋਰ ਹੋਮ ਸੱਚ ਪਰਸਨ ਅਰੈਸਟਡ ਇਜ਼ ਬ੍ਰੌਡ। ਜੇਕਰ ਜਿਹੜਾ ਮੈਜਿਸਟਰੇਟ ਹੈਗਾ ਕੰਸਰਨਡ ਕੋਰਟ ਦੇ ਵਿੱਚ ਪੇਸ਼ ਕਰਨ ਦੀ ਬਜਾਏ ਜੇ ਕਿਸੇ ਮੈਜਿਸਟਰੇਟ ਦੇ ਜਾਂ ਡਿਸਟ੍ਰਿਕਟ ਸੁਪਰਡੈਂਟ ਦੇ ਪੇਸ਼ ਕੀਤਾ ਗਿਆ ਕਿਸੇ ਓਫੈਂਡਰ ਨੂੰ ਪੁਲਿਸ ਆਫਿਸਰ ਵੱਲੋਂ, ਤਾਂ ਉਹ ਵੀ ਜਿਹੜੀ ਹੈਗੀ ਉਹਦੀ ਜ਼ਮਾਨਤ ਲੈ ਕੇ ਉਸਨੂੰ ਛੱਡ ਸਕਦੇ ਹੈਗੇ, ਤੇ ਜਿਹੜੀ ਸਿਕਿਉਰਿਟੀ ਬੌਂਡ ਵਗੈਰਾ ਲਿਆ ਹੈਗਾ ਉਹ ਕੰਸਰਨ ਕੋਰਟ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਮੈਜਿਸਟਰੇਟ ਸੁਪਰਡੈਂਟ ਕਮਿਸ਼ਨਰ of the police shall take such bail or security as the case may be and forward the bond to the court which issued the warrant. Next ਆ ਗਿਆ proclamation and attachment। ਜੋ ਕੋਈ ਵਿਅਕਤੀ ਜਿਹੜਾ ਹੈਗਾ ਸਮਨ ਭੇਜਣ ਤੋਂ ਬਾਅਦ ਨਹੀਂ ਆਉਂਦਾ, ਵਾਰੰਟ ਜਾਰੀ ਕੀਤੇ ਗਏ ਤਦ ਵੀ ਨਹੀਂ ਪਤਾ ਲੱਗਦਾ ਕਿੱਥੇ ਨਹੀਂ ਹੈਗਾ, ਠੀਕ ਹੈ, ਫਿਰ ਇੱਕ ਅਗਲਾ ਪ੍ਰੋਸੈਸ ਹੈਗਾ ਜਿਵੇਂ ਸਾਡੇ ਰੈਵਨਿਊ ਸਿਵਲ ਦੇ ਵਿੱਚ ਵੀ ਹੁੰਦਾ ਹੈਗਾ ਪ੍ਰੋਕਲੇਮੇਸ਼ਨ, ਤਾਂ ਮੁਨਾਦੀ ਕਰਾਈ ਜਾ ਸਕਦੀ ਹੈ ਤੇ ਨਾਲ ਹੀ ਅਟੈਚਮੈਂਟ ਵੀ ਕੀਤੀ ਜਾ ਸਕਦੀ ਹੈ ਉਹਦੀ ਪ੍ਰਾਪਰਟੀ ਦੀ ਕਿਸੇ ਦੀ। ਸੈਕਸ਼ਨ 82 ਹੈਗਾ ਪ੍ਰੋਕਲੇਮੇਸ਼ਨ ਦਾ। ਕੋਈ ਓਫੈਂਡਰ ਹੈ ਉਹ ਦੌੜ ਗਿਆ, ਐਬਸਕੌਂਡ ਹੋ ਗਿਆ, ਠੀਕ ਹੈ, ਪ੍ਰੋਕਲੇਮੇਸ਼ਨ ਫਾਰ ਦਾ ਪਰਸਨ
absconding. If any court has reason to believe that any person against whom a warrant has been issued by it has absconded or is concealing himself so that such warrant cannot be executed, the court may publish a written proclamation. ਤਾਂ ਮਨਾਦੀ ਕਰਾਈ ਜਾ ਸਕਦੀ ਹੈ ਕੋਰਟ ਵੱਲੋਂ, ਠੀਕ ਹੈ। ਰਿਟਨ ਪ੍ਰੋਕਲੇਮੇਸ਼ਨ ਕੀਤੀ ਜਾ ਸਕਦੀ ਹੈ ਰਿਕੁਆਇਰਿੰਗ ਹਿਮ ਟੂ ਅਪੀਅਰ at a specific place and specified time not less than 30 days, 30 ਦਿਨ ਦਾ ਘੱਟੋ ਘੱਟ ਸਮਾਂ ਦੇਣਾ ਹੁੰਦਾ ਹੈਗਾ ਮਨਾਦੀ ਦਾ। ਤੇ ਫਰੋਮ ਦਾ ਡੇਟ ਆਫ ਦਾ ਪਬਲਿਸ਼ਿੰਗ ਸਚ ਪ੍ਰੋਕਲੇਮੇਸ਼ਨ, ਜਦੋਂ ਮਨਾਦੀ ਹੋਈ ਹੈ ਉਸ ਤੋਂ ਬਾਅਦ 30 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ। 30 ਦਿਨ ਤੋਂ ਬਾਅਦ ਹੀ ਉਸ ਕੋਰਟ ਨੂੰ ਜਿਹੜਾ ਸਮਾਂ ਹੈਗਾ ਡੇਟ ਪਾ ਕੇ 30 ਦਿਨ ਤੋਂ ਵੱਧ ਦੀ ਡੇਟ ਪਾਈ ਜਾਂਦੀ ਹੈ। ਜਿਵੇਂ ਕਿ ਜੇ ਕੋਈ ਅੱਜ ਮਨਾਦੀ ਕਰਾਈ ਹੈ ਤਾਂ ਇਸ ਤੋਂ 30 ਦਿਨ ਪੂਰੇ ਹੋਣ ਤੋਂ ਬਾਅਦ ਹੀ ਕੋਈ ਡੇਟ ਦਿੱਤੀ ਜਾਂਦੀ ਹੈ ਵੀ ਇਸ ਤਰੀਕ ਨੂੰ ਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਵੋ। ਤੇ ਜਾਂ ਫਿਰ ਦਾ ਪ੍ਰੋਕਲੇਮੇਸ਼ਨ ਸ਼ੈਲ ਬੀ ਪਬਲਿਸ਼ਡ ਐਜ਼ ਫੋਲੋ, ਜਾਂ ਫਿਰ ਕੋਈ ਸਾਂਝੀ ਥਾਂ ਤੇ ਸਮਨ ਲਗਾਇਆ ਜਾ ਸਕਦਾ ਹੈ, ਠੀਕ ਹੈ। ਜਾਂ ਫਿਰ ਕਿਸੇ ਕੌਂਸਪੀਕਸ ਪਲੇਸ ਦੇ ਉੱਪਰ ਪੜ੍ਹ ਕੇ ਸੁਣਾਇਆ ਜਾ ਸਕਦਾ ਹੈ, ਜਾਂ ਕੋਰਟ ਹਾਊਸ ਦੇ ਬਾਹਰ ਲਗਾਇਆ ਜਾ ਸਕਦਾ ਹੈ, ਜਾਂ ਫਿਰ ਨਿਊਜ਼ਪੇਪਰ ਦੇ ਵਿੱਚ ਵੀ ਜਿਹੜੀ ਹੈਗੀ ਹੈ ਨਿਊਜ਼ ਦੇ ਕੇ ਵੀ ਮਤਲਬ ਕਿ ਪਬਲਿਕੇਸ਼ਨ ਕੀਤੀ ਜਾ ਸਕਦੀ ਹੈ। 83 ਚ ਅਟੈਚਮੈਂਟ ਆਫ ਦਾ ਪ੍ਰਾਪਰਟੀ ਆਫ ਦਾ ਪਰਸਨ ਐਬਸਕੌਂਡਿੰਗ, ਜੇ ਕੋਈ ਵਿਅਕਤੀ ਦੌੜ ਗਿਆ ਤਾਂ ਨਹੀਂ ਲੱਭ ਰਿਹਾ ਹੈਗਾ ਤਾਂ ਜੇ ਉਹਦੀ ਪ੍ਰਾਪਰਟੀ ਹੈਗੀ ਹੈ ਉਸ ਨੂੰ ਵੀ ਅਟੈਚਮੈਂਟ ਕਰਨ ਦਾ ਆਰਡਰ ਕੀਤਾ ਜਾ ਸਕਦਾ ਹੈ। ਆਰਡਰ ਦਾ ਅਟੈਚਮੈਂਟ ਆਫ ਐਨੀ ਪ੍ਰਾਪਰਟੀ ਮੂਵੇਬਲ ਔਰ ਇਮੂਵੇਬਲ both belonging to the proclaimed person. Provided that where at the time the issue of the proclamation the court is satisfied by the affidavit or the otherwise that the person in relation to whom the proclamation is to be issued is about to dispose of the whole, ਜਦੋਂ ਕੋਈ ਮਨਾਦੀ ਵਗੈਰਾ ਕਰਾਈ ਜਾਂਦੀ ਹੈ ਤਾਂ ਕੋਰਟ ਨੂੰ ਇਸ ਗੱਲ ਤੋਂ ਕਿਸੇ ਤਰੀਕੇ ਨਾਲ ਪਤਾ ਲੱਗਦਾ, ਜੇ ਪੁਲਿਸ ਆਫੀਸਰ ਤੋਂ ਪਤਾ ਲੱਗਦਾ ਵੀ ਇਹ ਜਿਹੜਾ ਵਿਅਕਤੀ ਹੈਗਾ ਆਪਣੀ ਪ੍ਰਾਪਰਟੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਉਹਦੇ ਕਿਸੇ ਪਾਰਟ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਕਿਤੇ ਹੋਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਇਟ ਮੇ ਆਰਡਰ ਦਾ ਅਟੈਚਮੈਂਟ ਸਾਈਮਲਟੇਨੀਅਸਲੀ ਵਿਦ ਦਾ ਇਸ਼ੂ ਦਾ ਪ੍ਰੋਕਲੇਮੇਸ਼ਨ। ਪ੍ਰੋਕਲੇਮੇਸ਼ਨ ਦੇ ਨਾਲ ਨਾਲ ਹੀ ਜਦੋਂ ਕੋਰਟ ਨੂੰ ਲੱਗਦਾ ਵੀ ਇਹ ਆਪਣੀ ਪ੍ਰਾਪਰਟੀ ਨੂੰ ਕਿਤੇ ਇੱਧਰ ਤੋਂ ਲੈ ਜਾਏਗਾ ਤਾਂ ਪ੍ਰੋਕਲੇਮੇਸ਼ਨ ਦੇ ਨਾਲ ਨਾਲ ਹੀ ਅਟੈਚਮੈਂਟ ਦਾ ਆਰਡਰ ਵੀ ਕੀਤਾ ਜਾ ਸਕਦਾ ਹੈ। If the property order to be attached is a debt or immovable property, the attachment under this section shall be made by seizure, ਉਹਨੂੰ ਸੀਜ਼ ਕੀਤਾ ਜਾ ਸਕਦਾ ਹੈ ਜਾਂ ਉਹਦੇ ਤੇ ਰਿਸੀਵਰ ਨਿਯੁਕਤ ਕੀਤਾ ਜਾ ਸਕਦਾ ਹੈ, ਠੀਕ ਹੈ। ਜੇਕਰ ਪ੍ਰਾਪਰਟੀ ਜਿਹੜੀ ਇਮੂਵੇਬਲ ਹੋਵੇ ਜਿਵੇਂ ਕਿ ਜ਼ਮੀਨ ਵਗੈਰਾ ਹੋਵੇ ਤਾਂ ਉਹਦਾ ਕਬਜ਼ਾ ਲਿਆ ਜਾ ਸਕਦਾ ਹੈ ਜਾਂ ਫਿਰ ਉਹਦੇ ਤੇ ਵੀ ਰਿਸੀਵਰ ਨਿਯੁਕਤ ਕੀਤਾ ਜਾ ਸਕਦਾ ਹੈ। by order in writing prohibiting the payment of the rent on delivery of the property, ਉਹਦਾ ਰੈਂਟ ਵਗੈਰਾ ਵੀ ਰੁਕਿਆ ਜਾ ਸਕਦਾ ਹੈਗਾ। ਸੈਕਸ਼ਨ 84 ਚ ਕਲੇਮਸ ਐਂਡ ਆਬਜੈਕਸ਼ਨਸ ਟੂ ਦਾ ਅਟੈਚਮੈਂਟ, ਜੇ ਕਿਸੇ ਵਿਅਕਤੀ ਨੂੰ ਕਿਸੇ ਕ੍ਰੈਡੀਟਰ ਨੂੰ ਕੋਈ ਆਬਜੈਕਸ਼ਨ ਹੁੰਦਾ ਹੈ ਜਾਂ ਉਸ ਪਰਸਨ ਨੂੰ ਖੁਦ ਕੋਈ ਆਬਜੈਕਸ਼ਨ ਹੁੰਦਾ ਹੈਗਾ ਅਟੈਚਮੈਂਟ ਦੇ ਅਗੇਂਸਟ, ਤਾਂ ਉਹ ਆਪਦੇ ਜਿਹੜੇ ਹੈਗੇ ਕਲੇਮ ਫਾਈਲ ਕਰ ਸਕਦਾ ਕੋਰਟ ਦੇ ਵਿੱਚ, ਆਬਜੈਕਸ਼ਨ ਦੇ ਸਕਦਾ ਹੈਗਾ। ਜਿਹੜੇ ਉਹਦੇ ਆਬਜੈਕਸ਼ਨ ਨੇ ਅਲਾਉ ਵੀ ਕੀਤੇ ਜਾ ਸਕਦੇ ਨੇ ਕੋਰਟ ਵੱਲੋਂ, ਡਿਸਅਲਾਉ ਵੀ ਕੀਤੇ ਜਾ ਸਕਦੇ ਨੇ। ਰਿਲੀਜ਼ ਸੇਲ ਐਂਡ ਰੀਸਟੋਰੇਸ਼ਨ ਆਫ ਦਾ ਅਟੈਚਡ ਪ੍ਰਾਪਰਟੀ, ਜੇਕਰ ਕਿਸੇ ਵਿਅਕਤੀ ਦੀ ਜਿਹੜੀ ਪ੍ਰਾਪਰਟੀ ਆ ਉਹ ਸੀਜ਼ ਕਰ ਲਈ ਗਈ ਹੋਵੇ ਜਾਂ ਸੇਲ ਕਰ ਲਈ ਗਈ ਹੋਵੇ ਤਾਂ ਉਸ ਨੂੰ ਰੀਸਟੋਰ ਕਰਾਉਣ ਦੀ ਖਾਤਰ ਉਹਦੇ ਵਿੱਚ ਹੈਗਾ ਸਮਾਂ ਹੈਗਾ if the proclaimed person does not appear within the time but it shall not be sold until the expiration of 6 month, 6 ਮਹੀਨੇ ਤੋਂ ਬਾਅਦ ਹੀ ਸੇਲ ਕੀਤੀ ਜਾ ਸਕਦੀ ਹੈ ਪ੍ਰਾਪਰਟੀ। ਜਦੋਂ ਪ੍ਰਾਪਰਟੀ ਸੇਲ ਹੋ ਗਈ if within 2 month 2 years from the date of the attachment, ਜੇ ਅਟੈਚਮੈਂਟ ਹੋਈ ਪ੍ਰਾਪਰਟੀ ਸੀਗੀ, ਠੀਕ ਹੈ, ਉਹ ਬੇਸ਼ੱਕ ਸੇਲ ਕਰ ਦਿੱਤੀ ਗਵਰਨਮੈਂਟ ਨੇ, ਉਸਨੇ ਕੋਰਟ ਨੇ, ਤਾਂ ਜਿਹੜਾ ਵਿਅਕਤੀ ਹੈਗਾ ਜਿਹਦੀ ਪ੍ਰਾਪਰਟੀ ਸੀ ਉਹ 2 ਸਾਲ ਦੇ ਅੰਦਰ ਅੰਦਰ ਕੋਰਟ ਦੇ ਵਿੱਚ ਆ ਕੇ ਅਪੀਲ ਹੋ ਸਕਦਾ ਹੈ ਤੇ ਕੋਰਟ ਨੂੰ ਸੈਟੀਸਫਾਈ ਕਰਾ ਸਕਦਾ ਹੈ। ਜੇਕਰ ਕੋਰਟ ਨੂੰ ਸੈਟੀਸਫਾਈ ਕਰਾਉਂਦਾ ਹੈ ਤਾਂ ਜਿਹੜੀ ਸੇਲ ਅਮਾਊਂਟ ਹੈਗੀ ਹੈ, ਠੀਕ ਹੈ, ਜਿਹੜੀ ਸੇਲ ਅਮਾਊਂਟ ਹੈਗੀ ਹੈ ਉਹ ਸੇਲ ਅਮਾਊਂਟ ਕੋਰਟ ਜਿਹੜੀ ਹੈ ਉਸ ਨੂੰ ਦੇ ਸਕਦੀ ਹੈ। ਜੇ ਕੋਰਟ ਦੀ ਸੈਟੀਸਫੈਕਸ਼ਨ ਹੁੰਦੀ ਹੈ ਵੀ ਇਸ ਨੂੰ ਸਮਨ ਨਹੀਂ ਸੀ ਮਿਲਿਆ ਜਾਂ ਇਸ ਨੂੰ ਪਤਾ ਨਹੀਂ ਸੀ ਚੱਲਿਆ, ਇਹ ਕੋਰਟ ਦੇ ਵਿੱਚ ਨਹੀਂ ਆਇਆ ਹੈਗਾ, ਕੋਰਟ ਸੈਟੀਸਫਾਈ ਹੁੰਦੀ ਹੈ ਤਾਂ ਉਹਦੀ ਜਿਹੜੀ ਪ੍ਰਾਪਰਟੀ ਦੀ ਜਿਹੜੀ ਸੇਲ ਅਮਾਊਂਟ ਹੈਗੀ ਹੈ ਕੋਰਟ ਨੂੰ, ਜੇ ਪ੍ਰਾਪਰਟੀ ਹੈ ਅਜੇ ਸੇਲ ਨਹੀਂ ਕੀਤੀ ਗਈ ਤਾਂ ਪ੍ਰਾਪਰਟੀ ਵਾਪਸ ਕਰ ਸਕਦੀ ਹੈ। ਜੇ ਪ੍ਰਾਪਰਟੀ ਸੇਲ ਕਰ ਦਿੱਤੀ ਤਾਂ ਉਹਦੀ ਜਿਹੜੀ ਸੇਲ ਅਮਾਊਂਟ ਹੈਗੀ ਹੈ ਉਹ ਪ੍ਰਾਪਰਟੀ ਨੂੰ ਉਸ ਵਿਅਕਤੀ ਨੂੰ ਸੇਲ ਅਮਾਊਂਟ ਦਿੱਤੀ ਜਾ ਸਕਦੀ ਹੈ। 86 ਕੀ ਹੈ ਅਪੀਲ ਫਰੋਮ ਦਾ ਆਰਡਰ ਰਿਜੈਕਟਿੰਗ ਐਪਲੀਕੇਸ਼ਨ ਫਾਰ ਦਾ ਰੀਸਟੋਰੇਸ਼ਨ ਆਫ ਦਾ ਅਟੈਚਮੈਂਟ ਪ੍ਰਾਪਰਟੀ, ਜੇ ਅਟੈਚ ਕੀਤੀ ਹੋਈ ਪ੍ਰਾਪਰਟੀ ਹੈ ਕੋਰਟ ਵੱਲੋਂ ਤਾਂ ਜਦੋਂ ਉਹਨੇ ਐਪਲੀਕੇਸ਼ਨ ਦਿੱਤੀ ਹੈ ਸੈਕਸ਼ਨ 85 ਦੇ ਤਹਿਤ
ਉਹਦੀ ਐਪਲੀਕੇਸ਼ਨ ਜੇ ਡਿਸਮਿਸ ਹੋ ਜਾਂਦੀ ਹੈ ਤਾਂ ਉਹ ਇਹਦੀ ਜਿਹੜੀ ਅਪੀਲ ਹੈਗੀ ਆ ਕਿ ਨੈਕਸਟ ਕੰਪੀਟੈਂਟ ਕੋਰਟ ਦੇ ਵਿੱਚ ਅਪੀਲ ਵੀ ਫਾਈਲ ਕੀਤੀ ਜਾ ਸਕਦੀ ਹੈ। 87 ਚ ਹੈਗਾ ਇਸ਼ੂ ਆਫ ਵਾਰੰਟ ਇਨ ਲਿeu ਆਫ ਔਰ ਇਨ ਐਡੀਸ਼ਨ ਟੂ ਸਮਨਸ। A court may, in any case in which it is empowered by this code, issue summons for the appearance of any person, issue after recording its reasons। ਜੇ ਕੋਈ ਸਮਨ ਕੇਸ ਹੈਗਾ ਜਿਹਦੇ ਵਿੱਚ ਸਮਨ ਕਰਨਾ ਜ਼ਰੂਰੀ ਹੁੰਦਾ ਹੈ, ਵਾਰੰਟ ਜਾਰੀ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਜਿਹੜੀ ਕੋਰਟ ਹੈਗੀ ਹੈ, ਜੇ ਕੋਰਟ ਨੂੰ ਲੱਗਦਾ ਹੈਗਾ ਵੀ ਸਮਨ ਜਾਰੀ ਕਰਨ ਦੇ ਨਾਲ ਜਿਹੜਾ ਇਫੈਕਟ ਹੈਗਾ ਵਿਅਕਤੀ ਨਹੀਂ ਆਏਗਾ ਤੇ ਉਲਟਾ ਦੌੜ ਜਾਏਗਾ, ਤਾਂ ਕੋਰਟ ਸਮਨ ਦੀ ਬਜਾਏ ਰੀਜ਼ਨ ਰਿਕਾਰਡ ਕਰਕੇ ਤਾਂ ਵਾਰੰਟ ਜਾਰੀ ਕਰ ਸਕਦੀ ਹੈ ਉਸ ਵਿਅਕਤੀ ਨੂੰ ਡਾਇਰੈਕਟਲੀ। If either before the issue of such summons, after the issue of same, but before the time fixed for his appearance, he has absconded, ਜੇ ਕੋਰਟ ਨੂੰ ਲੱਗਦਾ ਵੀ ਇਹ ਦੌੜ ਜਾਏਗਾ, ਜੇ ਮੈਨੂੰ ਸਮਨ ਜਾਰੀ ਕੀਤੇ ਭੱਜ ਜਾਏਗਾ, ਠੀਕ ਹੈ, ਤਾਂ ਕੋਰਟ ਜੋ ਹੈਗੀ ਵਾਰੰਟ ਜਾਰੀ ਕਰ ਸਕਦੀ ਹੈ। ਫੇਲ ਟੂ ਅਪੀਅਰ, ਜਾਂ ਇਹ ਮਤਲਬ ਕਿ ਅਪੀਅਰ ਨਹੀਂ ਹੋਣਾ ਇਸਨੇ, ਜਾਂ ਅਪੀਅਰ ਹੋਣ ਤੋਂ ਫੇਲ ਹੋ ਜਾਂਦਾ ਹੈ, ਤਾਂ ਕੋਰਟ ਵਾਰੰਟ ਜਾਰੀ ਕਰ ਸਕਦੀ ਹੈ। Section 88 की है power to take bond for the appearance when any person or whose appearance or arrest is officer presiding in any court is empowered। ਜਦੋਂ ਕਿਸੇ ਕੋਰਟ ਦੇ ਵਿੱਚ ਕੋਈ ਵਿਅਕਤੀ ਨੂੰ ਜਿਹੜਾ ਹੈਗਾ ਪੇਸ਼ ਕੀਤਾ ਜਾਂਦਾ ਹੈ, ਤਾਂ ਜਿਹੜੀ ਕੋਰਟ ਹੈਗੀ ਆ ਉਹਦਾ ਬੌਂਡ ਲੈ ਕੇ ਜਾਂ ਫਿਰ ਵਿਦ ਸ਼ੋਰਟੀ, ਵਿਦ ਔਰ ਵਿਦਆਊਟ ਸ਼ੋਰਟੀ ਉਸ ਨੂੰ ਜਿਹੜਾ ਹੈਗਾ ਰਿਲੀਜ਼ ਕੀਤਾ ਜਾ ਸਕਦਾ ਹੈ। 89 ਚ ਕਿਹਾ ਗਿਆ ਅਰੈਸਟ ਔਨ ਬ੍ਰੀਚ ਆਫ ਬੌਂਡ ਫॉर द अपीयरेंस। ਜੇ ਕਿਸੇ ਵਿਅਕਤੀ ਨੇ ਬੌਂਡ ਭਰਿਆ ਸੀ ਵੀ ਹਾਂ ਜਦੋਂ ਵੀ ਕੋਰਟ ਮੈਨੂੰ ਬੁਲਾਏਗੀ, ਜਦੋਂ ਡੇਟ ਪਾਏਗੀ ਉਸ ਡੇਟ ਤੇ ਕੰਸਰਨ ਡੇਟ ਤੇ ਮੈਂ ਹਾਜ਼ਰ ਹੋਵਾਂਗਾ, ਪਰ ਜੇਕਰ ਉਹ ਦਿੱਤੀ ਡੇਟ ਦੇ ਉੱਪਰ ਹਾਜ਼ਰ ਨਹੀਂ ਹੁੰਦਾ ਜਾਂ ਸਕਿਪ ਕਰ ਜਾਂਦਾ ਡੇਟਾਂ, ਠੀਕ ਹੈ, ਤਾਂ ਜਿਹੜੀ ਕੋਰਟ ਹੈਗੀ ਉਸ ਨੂੰ ਅਰੈਸਟ ਵਾਰੰਟ ਜਾਰੀ ਕਰਕੇ ਉਸ ਨੂੰ ਅਰੈਸਟ ਵੀ ਕਰ ਸਕਦੀ ਹੈ। ਇਸੇ ਤਰੀਕੇ ਜੇਕਰ ਕਿਸੇ ਨੇ ਸ਼ੋਰਟੀ ਦਿੱਤੀ ਹੋਈ ਹੋਵੇ ਤਾਂ ਜਿਹੜੀ ਕੋਰਟ ਹੈਗੀ ਆ ਜਿਹੜਾ ਅਕਿਊਜ਼ਡ ਹੈਗਾ, ਅਕਿਊਜ਼ ਨੂੰ ਵਾਰੰਟ ਜਾਰੀ ਕਰ ਸਕਦੀ ਹੈ, ਤੇ ਸ਼ੋਰਟੀ ਨੂੰ ਨਾਲ ਦੀ ਨਾਲ ਜਿਹੜਾ ਸਮਨ ਜਾਰੀ ਕਰਕੇ ਕੋਰਟ ਕਹਿ ਸਕਦੀ ਹੈ ਵੀ ਕੀ ਤੁਹਾਡੀ ਜਿਹੜੀ ਦਿੱਤੀ ਹੋਈ ਜਿਹੜੀ ਸ਼ੋਰਟੀ ਕਿਉਂ ਨਾ ਫਾਰਵਰਡ ਕਰ ਦਿੱਤੀ ਜਾਵੇ, ਕੀ ਤੁਸੀਂ ਇਹਦੇ ਸੰਬੰਧ ਕੁਝ ਕਹਿਣਾ ਚਾਹੁੰਦੇ ਹੋ, ਤਾਂ ਨਾਲ ਦੀ ਨਾਲ ਜਿਹੜਾ ਹੈਗਾ ਸ਼ੋਰਟੀ ਨੂੰ ਵੀ ਸਮਨ ਜਾਰੀ ਕਰ ਦਿੱਤਾ ਜਾਂਦਾ ਹੈ। ਨੈਕਸਟ ਆ ਗਿਆ ਚੈਪਟਰ 7 process to compel the production of the things, summons to produce। ਕੋਈ ਡਾਕੂਮੈਂਟ ਹੈ, ਕੋਈ ਥਿੰਗ ਹੈ, ਕੋਈ ਆਰਟੀਕਲਸ ਹੈਗਾ, ਜੇ ਕਿਸੇ ਵਿਅਕਤੀ ਦੀ ਕਸਟਡੀ ਦੇ ਵਿੱਚ ਹੈਗਾ ਤਾਂ ਉਸ ਨੂੰ ਕੋਰਟ ਜਿਹੜਾ ਹੈ ਸਮਨ ਭੇਜ ਕੇ ਮੰਗਵਾ ਸਕਦੀ ਹੈ। ਸਮਨ ਟੂ ਪ੍ਰੋਡਿਊਸ ਡਾਕੂਮੈਂਟ ਔਰ ਅਦਰ ਥਿੰਗਸ, ਦ ਪਰਸਨ ਇਨ ਹੂਜ਼ ਪੋਜੈਸ਼ਨ ਔਰ ਪਾਵਰ ਸਚ ਡਾਕੂਮੈਂਟ ਔਰ ਥਿੰਗ ਇਜ਼ ਬਲੀਵਡ ਟੂ ਬੀ requiring him to attend and produce it or to produce it at the time and place stated in the summons। ਸਮਨ ਭੇਜ ਕੇ ਕੋਈ ਜਿਹੜੀ ਜਗ੍ਹਾ ਕੋਈ ਆਰਟੀਕਲ ਕਿਸੇ ਵਿਅਕਤੀ ਦੇ ਕਬਜ਼ੇ 'ਚ ਹੈ, ਕੋਈ ਡਾਕੂਮੈਂਟ ਕਬਜ਼ੇ 'ਚ ਹੈ, ਕੋਰਟ ਉਸ ਨੂੰ ਮਤਲਬ ਕਿ ਡੇਟ ਦੇ ਕੇ ਉਹਦੀ ਕੋਰਟ 'ਚ ਬੁਲਾ ਸਕਦੀ ਹੈ, ਮੰਗਵਾ ਸਕਦੀ ਹੈ। ਨੈਕਸਟ ਹੈਗਾ ਪ੍ਰੋਸੀਜਰ ਐਜ਼ ਟੂ ਦ ਲੈਟਰਸ ਐਂਡ ਟੈਲੀਗ੍ਰਾਮਸ। ਜੇ ਕੋਈ ਲੈਟਰ ਆਈ ਹੈ ਕਿਸੇ ਪੋਸਟਲ डिपार्टमेंट ਦੇ ਕੋਈ ਟੈਲੀਗ੍ਰਾਮ ਆਈ ਹੈਗੀ ਹੈ, ਸੱਚ ਮੈਜਿਸਟ੍ਰੇਟ ਔਰ ਕੋਰਟ ਮੇ ਰਿਕੁਆਇਰ ਦਾ ਪੋਸਟਲ ਔਰ ਟੈਲੀਗ੍ਰਾਫ ਅਥਾਰਟੀ ਐਜ਼ ਦਾ ਕੇਸ ਮੇ ਵੀ, ਅਥਾਰਟੀਜ਼ ਨੂੰ ਵੀ ਮਤਲਬ ਕਿ ਆਰਡਰ ਕੋਰਟ ਵੱਲੋਂ ਕੀਤਾ ਜਾ ਸਕਦਾ ਵੀ ਇਹ ਕੋਈ ਟੈਲੀਗ੍ਰਾਫ ਜੇ ਕੋਈ ਆਈ ਹੈ ਕੋਰਟ ਦੀ ਨਜ਼ਰ ਦੇ ਵਿੱਚ ਹੈਗੀ ਹੈ, ਠੀਕ ਹੈ, ਉਹ ਮੰਗਾਈ ਜਾ ਸਕਦੀ ਹੈ ਪੋਸਟਲ ਅਥਾਰਟੀਜ਼ ਵੱਲੋਂ। ਨੈਕਸਟ ਆ ਗਿਆ ਸਰਚ ਵਾਰੰਟ। ਕੋਈ ਆਰਟੀਕਲ ਸੀਗਾ, ਕੋਈ ਇਦਾਂ ਦਾ ਕੋਈ ਡਾਕੂਮੈਂਟ ਸੀਗਾ, ਉਹ ਨਹੀਂ ਮਿਲਿਆ ਹੈਗਾ ਜਾਂ ਨਹੀਂ ਪੇਸ਼ ਕੀਤਾ ਕਿਸੇ ਵਿਅਕਤੀ ਨੇ ਜਿਹਨੂੰ ਸਮਨ ਭੇਜਿਆ ਗਿਆ ਸੀ, ਜਾਂ ਉਹਦੀ ਕਸਟਡੀ 'ਚ ਨਹੀਂ ਹੈਗਾ, ਉਹਨੂੰ ਨਹੀਂ ਲੱਭਿਆ ਹੈਗਾ, ਉਹ ਕਹਿੰਦਾ ਮੇਰੇ ਕੋਲ ਨਹੀਂ ਹੈਗਾ, ਠੀਕ ਹੈ, ਤਾਂ ਸਰਚ ਵਾਰੰਟ ਵੀ ਜਾਰੀ ਕੀਤੇ ਜਾ ਸਕਦੇ ਨੇ। ਸੈਕਸ਼ਨ 93 'ਚ ਕੀ ਹੈਗਾ ਵੈਨ ਸਰਚ ਵਾਰੰਟ ਮੇ ਬੀ ਇਸ਼ੂਡ, ਕਦੋਂ ਜਾਰੀ ਕਰਦੇ ਆ ਵੈਨ ਐਨੀ ਕੋਰਟ has reason to believe that a person to whom a summon or order under section 91 or a requisition under section 1 of the 92 has been or might be addressed will not or would not produce the document। हाँ पेश करेगा तो ना ही कितना है उसने, और thing as required by the such summon or requisition where such document or thing is not known to the court to be in the, ਜਦੋਂ ਕੋਰਟ ਨੂੰ ਇਹ ਨਹੀਂ ਪਤਾ ਵੀ ਕਿਹਦੇ ਕਬਜ਼ੇ ਦੇ ਵਿੱਚ ਹੈਗੀ ਹੈ, ਠੀਕ ਹੈ, ਕੋਈ ਆਰਟੀਕਲ ਹੈ, ਕੋਈ ਥਿੰਗ ਹੈ, ਕਿਸ ਦੇ ਕਬਜ਼ੇ 'ਚ ਹੈਗੀ ਹੈ, ਤਾਂ ਕੋਰਟ ਉਸ ਨੂੰ ਲੱਭਣ ਦੇ ਲਈ ਖਾਤਰ ਉਹਦੇ ਸਰਚ ਵਾਰੰਟ ਜਾਰੀ ਕਰ ਸਕਦੀ ਹੈ। ਸਰਚ ਵਾਰੰਟ ਕਿਸੇ ਪੁਲਿਸ ਆਫੀਸਰ ਨੂੰ ਵਾਰੰਟ ਜਾਰੀ ਕਰਕੇ ਵੀ ਇਹ ਜਿਹੜੀ ਆਰਟੀਕਲ ਹੈਗਾ ਜਾਂ ਕੋਈ ਥਿੰਗ ਹੈਗੀ ਹੈ ਉਸ ਨੂੰ ਲੱਭ ਕੇ ਲੈ ਕੇ ਆਓ, ਸਰਚ ਕਰਕੇ ਲੈ ਕੇ ਆਓ ਕਿਸੇ
particular place ਦੇ ਉੱਪਰ 94 ਚ search of place suspected to contain stolen property false document ਜਿੱਥੇ ਕਿਤੇ ਕੋਈ ਸਟੋਲਨ ਪ੍ਰਾਪਰਟੀ ਪਈ ਹੈ ਜਾਂ ਕੋਈ ਫਾਲਸ ਡਾਕੂਮੈਂਟ ਪਿਆ ਹੈਗਾ ਤਾਂ ਉੱਥੇ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਐਸਡੀਐਮ ਮੈਜਿਸਟ੍ਰੇਟ ਆਫ ਦਾ ਫਸਟ ਕਲਾਸ ਜਦੋਂ ਉਹਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਜਿਹੜੇ ਹੈਗੇ reason to believe that any place is used for the deposit or sale of the stolen property or for the deposit or sale of the production. He may be by warrant authorize any police officer of the rank of the constable. किसी पुलिस ऑफिसर ਨੂੰ ਵਾਰੰਟ ਦੇ ਕੇ ਯਾਨੀ ਕਿ ਭੇਜਿਆ ਜਾ ਸਕਦਾ ਉੱਥੇ to enter, to search, to possession, take custody, carry before a magistrate. ਕੋਈ ਕਾਊਂਟਰਫੀਟ ਹੈ, ਕੋਈ coin ਹੈ, ਕੋਈ ਜਾਲੀ ਕਰੰਸੀ ਹੈਗੀ ਹੈ, ਕੋਈ ਫੋਲਸ ਡਾਕੂਮੈਂਟ ਨੇ, ਫਾਲਸ ਸੀਲਾਂ ਪਈਆਂ, ਮੋਹਰਾਂ ਪਈਆਂ ਨੇ, ਠੀਕ ਹੈ, ਇੱਦਾਂ ਦੀ ਕੋਈ ਵੀ ਇੰਸਟਰੂਮੈਂਟ ਹੈਗਾ, ਕੋਈ ਇੱਦਾਂ ਦਾ ਮਟੀਰੀਅਲ ਹੈਗਾ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਕਿਸੇ ਪੁਲਿਸ ਆਫਿਸਰ ਦੇ ਰਾਹੀਂ ਉਸ ਨੂੰ ਸੀਜ਼ ਕੀਤਾ ਜਾ ਸਕਦਾ ਹੈ। Of to declare certain publications forfeited and to issue search warrants for the same. ਕੋਈ ਨਿਊਜ਼ਪੇਪਰ ਹੈ, ਠੀਕ ਹੈ, ਕੋਈ ਡਾਕੂਮੈਂਟ ਹੈ ਜਿਹਦੇ ਤੇ ਲੱਗਦਾ ਸਰਕਾਰ ਨੂੰ ਵੀ ਇਹ ਜਿਹੜਾ ਹੈਗਾ ਇਹ ਗਲਤ ਜਾਰੀ ਕੀਤਾ ਗਿਆ, ਗਲਤ ਨਿਊਜ਼ਪੇਪਰ 'ਚ ਕੋਈ ਖਬਰ ਗਲਤ ਲਗਾਈ ਗਈ, ਕੋਈ ਕਿਤਾਬ ਹੈ whenever printed appear to the state government to contain any matter the publication of which is punishable under section 124A, section 153A ਇਹ ਕੁਝ ਸੈਕਸ਼ਨ ਹੈ ਜਿਹਦੇ ਤਹਿਤ ਕੋਈ ਜਿਹੜੀ ਇੱਦਾਂ ਦਾ ਕੋਈ ਪਬਲੀਕੇਸ਼ਨ ਹੋਈ ਹੈ ਤਾਂ ਉਸ ਨੂੰ ਗਵਰਨਮੈਂਟ ਵੱਲੋਂ ਸੀਜ਼ ਕੀਤਾ ਜਾ ਸਕਦਾ ਹੈ। Then 96 ਹੈਗਾ ਐਪਲੀਕੇਸ਼ਨ to the high court to set aside declaration of forfeiture। ਜੇ ਇੱਦਾਂ ਦਾ ਕੋਈ ਡਾਕੂਮੈਂਟ ਹੈ, ਕੋਈ ਨਿਊਜ਼ਪੇਪਰ ਹੈ, ਕੋਈ ਬੁੱਕਸ ਵਗੈਰਾ ਹੈਗੀਆਂ ਨੇ, ਕੋਈ ਫਾਰਫਿਟ ਕੀਤੀਆਂ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਜਾਂ ਸਬ ਡਿਵੀਜ਼ਨਲ ਮੈਜਿਸਟ੍ਰੇਟ ਨੇ ਤਾਂ ਉਹਦੇ ਅਗੇਂਸਟ ਜਿਹੜਾ ਹੈਗਾ ਕੋਈ ਵਿਅਕਤੀ ਹੈਗਾ ਜਿਹੜਾ ਕੰਸਰਨ ਪਰਸਨ ਹੈਗਾ ਉਹ ਹਾਈ ਕੋਰਟ ਦੇ 2 ਮਹੀਨੇ ਦੇ ਅੰਦਰ ਦਾ ਹਾਈ ਕੋਰਟ ਦੇ ਵੀ ਜਾ ਸਕਦਾ ਹੈ। ਸਰਚ ਫਾਰ ਪਰਸਨਸ ਰੌਂਗਫੁਲੀ ਕਨਫਾਈਨਡ ਜੇ ਕਿਸੇ ਵਿਅਕਤੀ ਨੂੰ ਸੈਕਸ਼ਨ 97 ਦੇ ਵਿੱਚ ਜੇ ਕਿਸੇ ਵਿਅਕਤੀ ਨੂੰ ਗਲਤ ਤਰੀਕੇ ਦੇ ਨਾਲ ਰੌਂਗਫੁਲੀ ਕਨਫਾਈਨ ਕੀਤਾ ਗਿਆ ਹੈਗਾ, ਜਿਵੇਂ ਕਿ ਲੇਬਰ ਹੁੰਦੀ ਹੈ, ਬਾਉਂਡਡ ਲੇਬਰ ਹੈ, ਭੱਠਿਆਂ ਦੇ ਉੱਪਰ ਹੋਰ ਇੱਦਾਂ ਦੇ ਕੋਈ ਵਿਅਕਤੀ ਹੈ, ਕੋਈ ਸੀਰੀ ਪਾਲੀ ਵਗੈਰਾ ਕੋਈ ਹੈਗਾ ਕਿਸੇ ਦਾ, ਠੀਕ ਹੈ, ਉਹਨੂੰ ਕਨਫਾਈਨ ਕੀਤਾ ਗਿਆ ਕਿਸੇ ਵਿਅਕਤੀ ਵੱਲੋਂ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਐਸਡੀਐਮ ਜਾਂ ਮੈਜਿਸਟ੍ਰੇਟ ਔਰ ਮੈਜਿਸਟ੍ਰੇਟ ਦਾ ਫਸਟ ਕਲਾਸ ਵੀ ਇਸ਼ੂ ਦਾ ਸਰਚ ਵਾਰੰਟ ਜਾਰੀ ਕਰਕੇ ਪੁਲਿਸ ਭੇਜ ਕੇ ਉਸ ਵਿਅਕਤੀ ਨੂੰ ਜਿਹੜਾ ਹੈਗਾ ਰਿਲੀਜ਼ ਕਰਾ ਸਕਦੇ ਹੈਗੇ। ਪਾਵਰ ਟੂ ਕੰਪੈਲ ਰੀਸਟੋਰੇਸ਼ਨ ਆਫ ਦਾ ਅਫੈਕਟਡ ਫੀਮੇਲਸ ਕੋਈ ਫੀਮੇਲ ਲੇਡੀ ਹੈਗੀ ਹੈ, ਠੀਕ ਹੈ, ਉਹਨੂੰ ਕਿਸੇ ਨੇ ਅਬਡਕਟ ਕਰ ਰੱਖਿਆ ਹੈਗਾ, ਡਿਟੇਨ ਕੀਤਾ ਗਿਆ upon the complaint made on oath of the abduction or unlawful detention of a woman or a female child under the age of 16 years or any unlawful purpose. A district magistrate, sub-regional magistrate or magistrate of first class may make an order for the immediate restoration of the parents ਨੂੰ ਮਤਲਬ ਕਿ ਦੇਣ ਦੇ ਲਈ ਐਸਡੀਐਮ ਵੱਲੋਂ ਜਾਂ ਮੈਜਿਸਟ੍ਰੇਟ ਵੱਲੋਂ ਆਰਡਰ ਜਾਰੀ ਕੀਤਾ ਜਾ ਸਕਦਾ ਹੈ। Security for keeping the peace and for good behavior. Section 106 Security for keeping the peace on the conviction. ਜਦੋਂ ਕਿਸੇ 106 ਦੇ ਵਿੱਚ ਜਦੋਂ ਕਿਸੇ ਵਿਅਕਤੀ ਨੂੰ ਕੋਈ ਕਿਸੇ ਕੋਰਟ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ, ਸਜ਼ਾ ਸੁਣਾਉਣ ਤੋਂ ਬਾਅਦ ਨਾਲ ਹੀ ਨਾਲ ਇਹ ਸੈਸ਼ਨ ਕੋਰਟ ਹੈ ਚਾਹੇ ਕੋਈ ਮੈਜਿਸਟ੍ਰੇਟ ਦੀ ਕੋਰਟ ਹੈ ਫਸਟ ਕਲਾਸ ਦੀ ਹੈ, ਜਦੋਂ ਕਨਵਿਕਸ਼ਨ ਕੀਤੀ ਜਾਂਦੀ ਹੈ ਕਨਵਿਕਸ਼ਨ ਦੇ ਨਾਲ ਹੀ ਨਾਲ ਉਸ ਵਿਅਕਤੀ ਨੂੰ ਉਹਦੇ ਤੋਂ ਜਿਹੜਾ ਹੈਗਾ ਬੌਂਡ ਭਰਵਾਇਆ ਜਾਂਦਾ ਹੈ। ਇਹ ਜਿਹੜਾ ਬੌਂਡ ਹੈ ਮੈਕਸਿਮਮ 3 ਸਾਲ ਦੇ ਲਈ ਹੁੰਦਾ ਵੀ ਤੂੰ ਕੋਈ ਮਤਲਬ ਕਿ ਇੱਦਾਂ ਦੀ ਕੋਈ ਜਿਹੜਾ ਹੈਗਾ ਲੀਗਲ ਐਕਟੀਵਿਟੀ ਨਹੀਂ ਕਰੇਗਾ, ਠੀਕ ਹੈ। ਐਟ ਦਾ ਟਾਈਮ ਆਫ ਦਾ ਪਾਸਿੰਗ ਸੈਂਟੈਂਸ on such person order him to execute a bond with the or without the surety keeping the peace for such period not exceeding 3 years। 3 ਸਾਲ ਤੋਂ ਘੱਟ ਸਮੇਂ ਦੇ ਲਈ ਜਿਹੜਾ ਹੈਗਾ ਬੇਲ ਬੌਂਡ ਭਰਾਇਆ ਜਾ ਸਕਦਾ ਹੈ। ਜੇ ਜਿਹੜੀ ਕਨਵਿਕਸ਼ਨ ਹੈਗੀ ਹੈ ਸੈਟੀਸਫਾਈਡ ਹੋ ਜਾਂਦੀ ਹੈ ਅਪੀਲ ਦੇ ਵੀ ਜਿਹੜਾ ਇਹ ਬੌਂਡ ਹੈਗਾ ਦਾ ਬੌਂਡ ਸੋ ਐਗਜ਼ੀਕਿਊਟਡ ਸ਼ੈਲ ਬਿਕਮ void, ਇਹ ਆਪਣੇ ਆਪ ਹੀ void ਹੋ ਜਾਂਦਾ ਹੈ। ਸੈਕਸ਼ਨ 107 ਹੈਗਾ ਸਿਕਿਉਰਿਟੀ ਫਾਰ ਕੀਪਿੰਗ ਦਾ ਪੀਸ ਇਨ ਅਦਰ ਕੇਸਿਸ। ਜਦੋਂ ਕੋਈ ਮੈਜਿਸਟ੍ਰੇਟ ਨੂੰ when an executive magistrate receives information that any person is likely to commit breach
or the peace or disturb the public tranquility। ਜਦੋਂ ਕਿਸੇ ਮੈਜਿਸਟ੍ਰੇਟ ਨੂੰ ਐਸਡੀਐਮ ਜਾਂ ਐਗਜ਼ੈਕਟਿਵ ਮੈਜਿਸਟ੍ਰੇਟ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕੋਈ ਵਿਅਕਤੀ ਜਿਹੜਾ ਹੈਗਾ ਉਹ ਜਿਹੜੀ ਹੈਗੀ ਆ ਸ਼ਾਂਤੀ ਭੰਗ ਕਰ ਸਕਦਾ ਹੈ ਤਾਂ ਉਸ ਨੂੰ ਮਤਲਬ ਕਿ ਅਰੈਸਟ ਕੀਤਾ ਜਾ ਸਕਦਾ ਹੈ। ਅਰੈਸਟ ਕਰਕੇ ਉਸ ਨੂੰ 1 ਸਾਲ ਦਾ ਉਹਦਾ ਬੌਂਡ ਕਰਵਾਇਆ ਜਾ ਸਕਦਾ ਹੈ। ਤੁਸੀਂ ਆਮ ਤੌਰ ਤੇ ਦੇਖਦੇ ਹੋ 107 152 ਦੇ ਕੇਸਿਸ ਹੁੰਦੇ ਨੇ ਪੁਲਿਸ ਅਰੈਸਟ ਕਰਕੇ ਲੈ ਕੇ ਆ ਕੇ ਪੇਸ਼ ਕਰਦੀ ਹੈ। ਕਈ ਵਾਰੀ ਤੁਹਾਡੇ ਕੋਰਟਾਂ 'ਚ ਵੀ ਇਹ ਵਿਅਕਤੀ ਇੱਦਾਂ ਪੇਸ਼ ਕੀਤੇ ਜਾਂਦੇ ਨੇ ਜਿੱਥੇ ਜਦੋਂ ਕਿਤੇ ਐਸਡੀਐਮ ਅਵੇਲੇਬਲ ਨਹੀਂ ਹੁੰਦੇ, ਤਹਿਸੀਲਦਾਰ ਅਵੇਲੇਬਲ ਨਹੀਂ ਹੁੰਦੇ, ਨਾਇਬ ਤਹਿਸੀਲਦਾਰ ਹੁੰਦੇ ਆ, ਕੋਈ ਵੀ ਹੁੰਦਾ ਹੈ, ਯਾਨੀ ਕਿ ਮੈਜਿਸਟ੍ਰੇਟ ਦੇ ਕੋਰਟ 'ਚ ਇਹ ਜਿਹੜਾ ਹੈਗਾ 107 ਦੇ ਕੇਸ ਦੇ ਵਿੱਚ ਲੈ ਕੇ ਪੇਸ਼ ਕੀਤਾ ਜਾ ਸਕਦਾ ਹੈ ਅਫੈਂਡਰ ਨੂੰ। 108 ਦੇ ਵਿੱਚ ਕੀ ਕਿਹਾ ਗਿਆ? ਸੈਕਸ਼ਨ 108 ਸਿਕਿਉਰਿਟੀ ਫॉर द गुड बिहेवियर फ्रॉम द पर्सन डिसैमिनेटिंग सैडिशियस देश ਤੋਂ ਹੀ ਸਪੀਚ ਵਗੈਰਾ ਕੋਈ ਕਰਦਾ ਹੈਗਾ, ਠੀਕ ਹੈ, ਮੈਜਿਸਟ੍ਰੇਟ ਨੂੰ ਪਤਾ ਲੱਗਦਾ ਕੋਈ ਵਿਅਕਤੀ ਜਿਹੜਾ ਗਲਤ ਪ੍ਰਚਾਰ ਕਰ ਰਿਹਾ ਹੈ ਜਿਹਦੇ ਨਾਲ ਜਿਹੜੀ ਸ਼ਾਂਤੀ ਭੰਗ ਹੋ ਸਕਦੀ ਹੈ, ਐਸੇ ਵਿਅਕਤੀ ਨੂੰ ਇੱਕ ਜਿਹੜਾ ਆਰਡਰ ਹੈਗਾ ਮਤਲਬ ਕਿ ਪੁਲਿਸ ਆਫੀਸਰ ਦਾ ਨਹੀਂ ਅਰੈਸਟ ਕਰਕੇ ਉਹਦੇ ਤੋਂ ਵੀ ਜਿਹੜੇ ਹੈਗੇ 1 ਸਾਲ ਦਾ ਜਿਹੜਾ ਬੌਂਡ ਕਰਵਾਇਆ ਜਾ ਸਕਦਾ ਹੈ, ਅਰੈਸਟ ਛੱਡਿਆ ਜਾ ਸਕਦਾ ਬੌਂਡ ਕਰਵਾ ਕੇ। 109 ਦੇ ਵਿੱਚ ਕੀ ਹੈ? ਸਿਕਿਉਰਿਟੀ ਫॉर द गुड ਬਿਹੇਵੀਅਰ ਫਰੋਮ द ਸਸਪੈਕਟਡ ਪਰਸਨਸ। ਜੇ ਕੋਈ ਸਸਪੈਕਟਡ ਪਰਸਨ ਹੈਗਾ ਕਿਸੇ ਮੈਜਿਸਟ੍ਰੇਟ ਦੇ ਇਲਾਕੇ ਦੇ ਵਿੱਚ ਕੋਈ ਇਨਫੋਰਮੇਸ਼ਨ ਮਿਲਦੀ ਹੈ ਵੀ ਇਹ ਜਿਹੜਾ ਵਿਅਕਤੀ ਹੈਗਾ ਲੋਕਲ ਟੇਕਿੰਗ ਪ੍ਰੀਕਾਸ਼ਨਸ ਟੂ ਕੰਸੀਲ ਹਿਸ ਪ੍ਰੈਜ਼ੈਂਸ ਕਮਿਟਿੰਗ ਏ ਕੋਗਨੀਜੇਬਲ ਅਫੈਂਸ, ਵੀ ਕੋਈ ਜਿਹੜਾ ਅਫੈਂਸ ਹੈ ਕਮਿਟ ਕੀਤਾ ਜਾ ਸਕਦਾ ਇਸ ਵਿਅਕਤੀ ਵੱਲੋਂ, ਪਤਾ ਲੱਗ ਜਾਂਦਾ ਪ੍ਰਾਇਰ ਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਅਰੈਸਟ ਕਰਕੇ ਉਹਦੇ ਤੋਂ ਵੀ ਜਿਹੜਾ ਹੈਗਾ 1 ਸਾਲ ਦਾ ਜਿਹੜਾ ਬੌਂਡ ਹੈ ਕਰਵਾਇਆ ਜਾ ਸਕਦਾ ਹੈ। 110 ਦੇ ਵਿੱਚ ਕੀ ਹੈ? ਸਿਕਿਉਰਿਟੀ ਫॉर द गुड ਬਿਹੇਵੀਅਰ ਫਰੋਮ ਦ ਹੈਬਚੁਅਲ ਅਫੈਂਡਰਸ। ਕੁਝ ਹੈਬਚੁਅਲ ਅਫੈਂਡਰਸ ਹੁੰਦੇ ਨੇ ਕਿਸੇ ਮੈਜਿਸਟ੍ਰੇਟ ਦੇ ਇਲਾਕੇ ਦੇ ਵਿੱਚ, ਕੋਈ ਰੋਬਰ ਹੁੰਦਾ, ਕੋਈ ਹਾਊਸ ਬ੍ਰੇਕਰ ਹੁੰਦਾ, ਠੀਕ ਹੈ, ਕੋਈ ਹੈਬਿਟ ਹੁੰਦਾ ਹੈ ਰਿਸੀਵਰ ਸਟੋਲਨ ਪ੍ਰੋਪਰਟੀਆਂ ਖਰੀਦਦਾ ਹੈ, ਐਕਚੁਅਲੀ ਪ੍ਰੋਟੈਕਟਸ ਆਰ ਮੋਰ ਥੀਵਸ, ਕਿਡਨੈਪਿੰਗ ਕਰਨ ਦਾ, ਅਬਡਕਸ਼ਨ ਕਰਨ ਦਾ, ਐਕਸਟੋਰਸ਼ਨ ਕਰਨ ਦਾ ਕੋਈ ਆਦੀ ਹੁੰਦਾ ਹੈ। ਐਸੇ ਜੇ ਕੋਈ ਵਿਅਕਤੀ ਹੈਗੇ ਜਿਹਦੇ ਜੇ ਕਿਤੇ ਨੌਲੇਜ ਹੁੰਦੀ ਹੈ ਤਾਂ ਇਨਫੋਰਮੇਸ਼ਨ ਮਿਲਦੀ ਹੈ ਕਿਸੇ ਪੁਲਿਸ ਆਫੀਸਰ ਰਾਹੀਂ ਮੈਜਿਸਟ੍ਰੇਟ ਨੂੰ, ਤਾਂ ਉਹਨਾਂ ਨੂੰ ਅਰੈਸਟ ਕਰਕੇ ਜਿਹੜੇ ਹੈਗੇ ਆ ਉਹਦੇ ਤੋਂ ਵੀ ਜਿਹੜਾ ਹੈਗਾ ਬੇਲ ਬੌਂਡ ਕਰਵਾਇਆ ਜਾ ਸਕਦਾ ਹੈ। Such magistrate may in the manner herein provided require such person to show cause why he should not be ordered to execute a bond with sureties or with sureties for his good behavior for such period not exceeding 3 years। 3 ਸਾਲ ਤੱਕ ਦਾ ਬੌਂਡ ਹੁੰਦਾ ਹੈ। ਠੀਕ ਹੈ ਜੀ, ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਾਂਗੇ। Any question? Thank you, sir. ओके जी, क्लास इज ओवर। हाँ जी, कुछ कहना चाहोगे? Yes, thank you, sir. Okay, okay, okay then, class is over, thank you very much।